US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ। ਦੋਸਤੋ ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਅੱਜ ਇੱਕ ਵਾਰੀ ਫੇਰ ਉੱਘੇ ਵਕੀਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਅਮਰੀਕਾ ਦੇ ਮੰਨੇ ਪ੍ਰਮੰਨੇ ਵਕੀਲ ਉਹ ਸਾਡੇ ਵਿੱਚ ਹਾਜ਼ਰ ਆ। ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਉਹਨਾਂ ਦਾ। ਤੁਹਾਡਾ ਸਵਾਗਤ ਹੈ ਜੀ ਸਰ ਜਸਪ੍ਰੀਤ ਸਿੰਘ ਜੀ। ਤੁਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਮੇਲ USA ਤੇ ਆਪਣੇ ਜਿਹੜੇ ਸਾਡੇ ਦਰਸ਼ਕਾਂ ਦੇ ਸਵਾਲ ਜਿੱਥੇ ਉਹਨਾਂ ਦੇ ਜਵਾਬ ਦਿੰਦੇ ਹੋ ਉਹਦੇ ਨਾਲ ਨਾਲ ਸਥਾਨਕ ਰਾਜਨੀਤੀ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਅੱਜ ਫੇਰ ਉਸੇ ਤਰੀਕੇ ਨਾਲ ਇੱਕ ਵਾਰੀ ਫੇਰ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਦੱਸੋ ਕਿ ਕੀ ਅਪਡੇਟ ਲੈ ਕੇ ਆਏ ਹੋ ਜੀ। ਇੱਕ ਤਾਂ ਇਹ ਆ ਕਿ ਜਿਵੇਂ ਆਪਾਂ ਅੱਗੇ ਦੱਸਦੇ ਰਹੇ ਹਾਂ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਦੀਆਂ ਡੇਟਾ ਜਿਹੜੀਆਂ ਪੋਸਟਪੋਨ ਹੁੰਦੀਆਂ ਨੇ, ਉਹ ਜਿਹੜੀ ਨਿਊਯਾਰਕ ਦੀ ਇਮੀਗ੍ਰੇਸ਼ਨ ਕੋਰਟ ਆ ਉਹ ਅਜੇ ਵੀ ਉਹਨਾਂ ਨੇ 11 ਦਸੰਬਰ ਤੱਕ ਉਹਦੀ ਓਪਨਿੰਗ ਜਿਹੜੀ ਪੋਸਟਪੋਨ ਕਰਤੀ ਆ। ਉਹਦੀਆਂ ਡੇਟਾ ਹੁਣ ਜਿਹੜੇ ਕੇਸਾਂ ਦੀਆਂ ਸਾਰੀਆਂ ਪੋਸਟਪੋਨ ਹੋਣਗੀਆਂ, ਅਡਜਰਨ ਹੋਣਗੀਆਂ ਤੇ 11 ਦਸੰਬਰ ਤੋਂ ਬਾਅਦ ਦੇਖਦੇ ਆ ਵੀ ਖੁੱਲ੍ਹਦੀ ਆ ਕਿ ਨਹੀਂ ਖੁੱਲ੍ਹਦੀ। ਇਹ ਵੀ ਪੋਸੀਬਿਲਿਟੀ ਆ ਵੀ ਸ਼ਾਇਦ ਆਹ ਸਾਲ ਨਾ ਹੀ ਖੁੱਲ੍ਹੇ, ਅਗਲੇ 'ਚ ਖੁੱਲ੍ਹੇ ਜਨਵਰੀ 'ਚ। ਤੇ ਬਾਕੀ ਜਿਹੜੀਆਂ ਇਮੀਗ੍ਰੇਸ਼ਨ ਕੋਰਟਾਂ ਨੇ ਉਹਨਾਂ ਦੇ ਵਿੱਚ ਮਾਸਟਰ ਡੇਟਾਂ ਗਾਹ ਪੈ ਰਹੀਆਂ, ਜਿਹੜੀ ਫਾਈਨਲ ਇੰਡੀਵਿਜੂਅਲ ਡੇਟ ਆ ਉਹ ਕਰ ਰਹੇ ਆ ਤੇ ਉਹ ਤਕਰੀਬਨ ਹੋ ਰਹੀਆਂ ਨੇ। ਇਹਦੇ ਨਾਲ ਨਾਲ ਜਿਵੇਂ ਅਗਲੀ ਅਪਡੇਟ ਇਹ ਆ ਕਿ ਹੁਣ ਕਿਉਂਕਿ ਸਰਕਾਰ ਬਦਲ ਰਹੀ ਆ ਤੇ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਫਾਰਮਲ ਇਨਵੀਟੇਸ਼ਨ ਦਿੱਤਾ ਟਰੰਪ ਸਰਕਾਰ ਨੇ। ਅੱਜ ਉਹਨਾਂ ਨੇ ਮੰਨ ਲਿਆ ਕਿ ਬਾਈਡਨ ਸਾਹਿਬ ਨੇ ਇਲੈਕਸ਼ਨ ਜਿੱਤ ਲਈ ਆ, ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਬੜਾ ਪ੍ਰੈਸ਼ਰ ਪਿਆ ਸੀ। ਜਿਹੜਾ ਰਿਪਬਲਿਕਨ ਪਾਰਟੀ ਦੇ ਸੈਂਟਰ ਕਹਿਣ ਲੱਗੇ ਸੀ ਵੀ ਇਹਨੂੰ ਕਰੋ, ਤੇ ਉਹਨਾਂ ਨੇ ਅੱਜ ਉਹਨਾਂ ਨੂੰ ਇਨਵਾਈਟ ਕੀਤਾ ਤੇ ਉਹਨਾਂ ਨੇ ਆਪਣੇ ਜਿਹੜੇ ਕਈ ਸੈਕਟਰੀਜ਼ ਨੇ ਅਨਾਉਂਸ ਕੀਤੇ ਨੇ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਵੀ ਕੀਤੇ ਆ, ਜਿਹੜਾ ਆਪਣਾ ਸੈਕਟਰੀ ਆਫ ਸਟੇਟ ਆ ਉਹ ਵੀ ਕੀਤੇ ਆ, ਡਿਫੈਂਸ ਸੈਕਟਰੀ ਵੀ, ਐਡਵਾਈਜ਼ਰ ਵੀ ਆਪਣੇ। ਤੇ ਉਹਨਾਂ ਨੂੰ ਉਹਨਾਂ ਨੇ ਕੱਲ੍ਹ ਨੂੰ ਇੰਟਰੋਡਿਊਸ ਕਰਨਾ ਟੀਮ ਨੂੰ, ਤੇ ਹੁਣ ਸਾਰਾ ਕੰਮ ਟ੍ਰਾਂਜੀਸ਼ਨ ਦਾ ਸ਼ੁਰੂ ਹੋ ਗਿਆ। ਸੋ ਇਹਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਇਸ਼ੂਜ਼ ਨੇ ਇਹਨਾਂ ਦੇ ਉੱਤੇ ਵੀ ਉਮੀਦ ਆ ਵੀ ਕਾਫੀ ਜ਼ਿਆਦਾ ਮਤਲਬ ਜਿਹੜੇ ਹੈਗਾ ਫੇਰ ਬਦਲ ਹੋਏਗਾ। ਪਰ ਫਿਲਹਾਲ ਜਿਹੜੀ ਇੱਕ ਇੰਪੋਰਟੈਂਟ ਖਬਰ ਇਹ ਆ ਲੇਟੈਸਟ ਇੱਕ ਤਾਂ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਟੈਸਟ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਜਾਂਦੇ ਜ਼ਿਆਦਾ ਹਾਰਡ ਕਰਤਾ। ਉਹਦੇ ਸਵਾਲ ਜ਼ਿਆਦਾ ਕਰਤੇ ਆ। ਜਿਵੇਂ ਅੱਗੇ ਹੁੰਦਾ ਸੀ ਵੀ 10 ਚੋਂ 6 ਸਵਾਲ ਪਾਸ ਕਰਨੇ ਪੈਂਦੇ ਸੀਗੇ, ਹੁਣ 20 ਚੋਂ 12 ਕਰਤੇ ਆ ਤੇ 128 ਸਵਾਲ ਕਰਤੇ 100 ਦੀ ਬਜਾਏ ਵਧਾ ਕੇ ਉਹਨੂੰ। ਤੇ ਥੋੜਾ ਜਿਹੜਾ ਪੋਲਿਟਿਕਸ ਬਾਰੇ ਜਾਂ ਸਿਸਟਮ ਉਹਦੇ ਬਾਰੇ ਜ਼ਿਆਦਾ ਔਖੇ ਆ। ਤੇ ਇਹਦਾ ਥੋੜਾ ਜਿਹਾ ਜਿਹਨੂੰ ਤਾਂ ਇੰਗਲਿਸ਼ ਆਉਂਦੀ ਆ ਜਾਂ ਸਟੂਡੈਂਟ ਆ ਲਿਖਿਆ ਉਹਨੂੰ ਤਾਂ ਇੰਨਾ ਫਰਕ ਨਹੀਂ ਪੈਣਾ, ਪਰ ਜਿਹੜੇ ਓਲਡ ਬੰਦੇ ਨੇ ਜਾਂ ਘੱਟ ਪੜ੍ਹੇ ਲਿਖੇ ਵੀ ਨੇ, ਯੰਗ ਨੇ, ਉਹਨਾਂ ਦੇ ਫਰਕ ਪਊਗਾ। ਉਹਨਾਂ ਦਾ ਹੋ ਸਕਦਾ ਵੀ ਉਹ ਪਾਸ ਨਾ ਕਰ ਸਕਣ ਇਹਨੂੰ। ਤੇ ਇਹ ਇੱਕ ਚੇਂਜ ਹੈਗੀ ਆ ਨਵੀਂ। ਇਹਦੇ ਇਲਾਵਾ ਜਿਹੜੀ ਡਾਕਾ ਸੀਗੀ, ਜਿਹੜੀ ਉਹ ਮਤਲਬ ਬੱਚੇ ਇੱਥੇ ਜਿਹੜੇ ਆਏ ਆ ਅਨਡਾਕੂਮੈਂਟਡ, ਉਹਨਾਂ ਨੂੰ ਮੁੜ ਕੇ ਬਾਅਦ 'ਚ ਆਪਣੇ ਮਾਂ-ਬਾਪ ਦੇ ਨਾਲ ਤੇ ਉਹਨਾਂ ਨੂੰ ਓਬਾਮਾ ਸਾਹਿਬ ਨੇ ਕੀਤਾ ਸੀਗਾ ਮਤਲਬ ਇੱਕ ਬੈਨੀਫਿਟ ਦਿੱਤਾ ਸੀ ਵਰਕ ਪਰਮਿਟ ਦਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਰੋਕ ਲਾਤੀ ਸੀ, ਬਾਅਦ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਕੀਤਾ। ਉਹਦੇ ਉੱਤੇ ਵੀ ਜਿਹੜੀ ਇੱਕ ਨਿਊਯਾਰਕ ਦੀ ਡਿਸਟ੍ਰਿਕਟ ਕੋਰਟ ਆ ਉਹਨੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਫੈਸਲਾ ਸੀ ਵੀ ਇਹਨਾਂ ਨੂੰ ਜਿਹੜੇ ਟਰੈਵਲ ਡਾਕੂਮੈਂਟ ਨਹੀਂ ਦੇਣੇ ਜਾਂ ਨਵੀਂ ਐਪਲੀਕੇਸ਼ਨ ਨਹੀਂ ਲੈਣੀ, ਉੱਤੇ ਸਟੇ ਲਾਤੀ ਆ। ਪਰ ਉਹ ਤਾਂ ਹੁਣ ਉਹਦੀ ਇੰਨੀ ਇੰਪੋਰਟੈਂਸ ਨਹੀਂ ਰਹਿਣੀ, ਕਿਉਂਕਿ ਬਾਈਡਨ ਨੇ ਕਿਹਾ ਕਿ ਮੈਂ ਆਉਂਦੇ ਹੀ ਜਿਹੜਾ ਪਹਿਲਾ ਐਗਜ਼ੈਕਟਿਵ ਆਰਡਰ ਇਹੀ ਕਰਨਾ ਵੀ ਡਾਕਾ ਨੂੰ ਰਿਸਟੋਰ ਕਰਨਾ ਤੇ ਉਹ ਜੋ ਉਹਨਾਂ ਦੇ ਬੈਨੀਫਿਟਸ ਉਹਨਾਂ ਨੂੰ ਮਿਲਣਗੇ, ਪਲੱਸ ਕੋਸ਼ਿਸ਼ ਕਰਾਂਗੇ ਗ੍ਰੀਨ ਕਾਰਡ ਮਿਲੇ। ਸੋ ਇਹ ਜਿਹੜੀਆਂ ਨਵੀਆਂ ਕੁਝ ਅਪਡੇਟਸ ਹੈਗੀਆਂ ਫਿਲਹਾਲ ਜਿਹੜੀਆਂ, ਤੇ ਬਾਕੀ ਹੁਣ ਵੇਟ ਕਰਦੇ ਆ ਨਵੀਂ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਟੇਕ ਓਵਰ। ਜੀ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਜਿਹੜਾ ਜੋ ਬਾਈਡਨ ਦਾ ਆਉਣ ਵਾਲੀ ਰੂਲਿੰਗ ਜਨਵਰੀ 'ਚ ਉਹਨਾਂ ਨੇ ਸਹੁੰ ਚੱਕਣੀ ਹੈ ਤੇ ਬਹੁਤ ਸਾਰੀਆਂ ਰਿਲੈਕਸੇਸ਼ਨ ਜਿਹੜੀਆਂ ਉਹ ਇਮੀਗ੍ਰੇਸ਼ਨ ਬਾਬਤ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ। ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਬਹੁਤ ਸਾਰੀਆਂ ਸਾਨੂੰ ਵੀ ਕਾਲਸ ਆਉਂਦੀਆਂ ਕਿ ਸ਼ੁਕਰ ਆ ਕਿ ਅਸੀਂ ਹੁਣ ਆਪਣੀ ਜਿਹੜੀ ਫੈਮਲੀਜ਼ ਹੈ ਉਹਨਾਂ ਨੂੰ ਸੱਦ ਸਕਦੇ ਹਾਂ, ਜਿਹੜੇ ਵੀਜ਼ੇ ਅਪਲਾਈ ਕੀਤੇ ਆ ਉਹਨਾਂ ਨੂੰ ਸੱਦ ਸਕਦੇ ਹਾਂ, ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸਸ ਜਿਹੜੇ ਉਹ ਡੰਪ ਹੋ ਕੇ ਰਹਿ ਗਏ ਸੀ ਉਹ ਹੁਣ ਦੁਬਾਰਾ ਖੁੱਲ੍ਹਣਗੇ। ਜਸਪ੍ਰੀਤ ਸਿੰਘ ਜੀ, ਇਸ ਤੋਂ ਪਹਿਲਾਂ ਕਿ ਅਸੀਂ ਦਰਸ਼ਕਾਂ ਦੇ ਸਵਾਲ ਪੁੱਛੀਏ, ਅਸੀਂ ਚਾਹਾਂਗੇ ਕਿ ਐਤਕੀ ਜਿਹੜਾ ਪਹਿਲਾਂ ਪੋਲਿਟਿਕਸ ਦੀ ਗੱਲ ਕਰ ਰਹੀਏ। ਨਵੀਂ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਜਨਵਰੀ 'ਚ ਆਲਮੋਸਟ ਸਹੁੰ ਚੁੱਕਣ ਜਾ ਰਹੀ ਆ, ਪਰ ਟਰੰਪ ਸਾਹਿਬ ਨੇ ਕੁਛ ਹੋਰ ਆਪਣੇ ਕੋਲੋਂ ਵੀ ਪੈਸੇ ਖਰਚ ਕੇ ਤੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਹੈ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਦੁਬਾਰਾ ਜਿਹੜੀ ਕਾਊਂਟਿੰਗ ਆ ਉਹਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਕਿਸੇ ਤਰੀਕੇ ਨਾਲ ਜਿਹੜੀਆਂ ਇਲੈਕਸ਼ਨਾਂ ਇਹਨੂੰ ਖਤਮ ਕਰ ਦਿੱਤਾ ਜਾਵੇ ਤੇ ਮੈਂ ਰੂਲਿੰਗ 'ਚ ਹੀ ਰਵਾਂ। ਤੁਹਾਡਾ ਉਹਨਾਂ ਬਾਰੇ ਕੀ ਖਿਆਲ ਆ? ਇੱਕ ਤਾਂ ਜਿਵੇਂ ਆਪਾਂ ਪਹਿਲਾਂ ਦੱਸ ਕੇ ਹਟੇ ਆ ਵੀ ਜਿਹੜੀ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਆ
ਉਹ ਇੱਕ ਡਿਪਾਰਟਮੈਂਟ ਹੁੰਦਾ ਜਿਹੜਾ ਟ੍ਰਾਂਜੀਸ਼ਨ ਕਰਦਾ, ਉਹਨਾਂ ਨੇ ਅੱਜ ਫਾਰਮਲੀ ਇਨਵਾਈਟ ਕੀਤਾ ਜੋ ਬਾਈਡਨ ਨੂੰ। ਤੇ ਇਹ ਇੱਕ ਵੱਡੀ ਇੰਡੀਕੇਸ਼ਨ ਹੈ, ਕਿਉਂਕਿ ਕੱਲ ਤੇ ਅੱਜ ਦੇ ਵਿੱਚ ਕਾਫੀ ਰਿਪਬਲਿਕਨ ਪਾਰਟੀ ਦੇ ਸੈਂਟਰਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਇਹਨਾਂ ਇਲੈਕਸ਼ਨ ਦੇ ਜਿਹੜੇ ਕੇਸਾਂ 'ਚੋਂ ਕੁਝ ਨਹੀਂ ਨਿਕਲਿਆ ਤੇ ਇਹ ਜਿਹੜੀ ਟ੍ਰਾਂਜੀਸ਼ਨ ਹੋਣੀ ਚਾਹੀਦੀ ਆ ਵੀ ਬਾਈਡਨ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਬਣਨਗੇ। ਤੇ ਜਦੋਂ ਆਪਣੀ ਪਾਰਟੀ ਦੇ ਇਦਾਂ ਦੇ ਮਤਲਬ ਜਿਹੜੇ ਇੰਪੋਰਟੈਂਟ ਸੈਂਟਰਸ ਕਹਿਣ ਲੱਗ ਜਾਣ ਤਾਂ ਉਹਦੇ 'ਚ ਫਿਰ ਮਤਲਬ ਟਰੰਪ ਸਾਹਿਬ ਨੂੰ ਝੁਕਣਾ ਪਿਆ। ਉਹਦੇ ਨਾਲ ਨਾਲ ਉਹਨਾਂ ਦੇ ਇੱਕ ਸਲਾਹਕਾਰ ਨੇ ਕ੍ਰਿਸ ਕ੍ਰਿਸਟੀ, ਜਿਹੜੇ ਗਵਰਨਰ ਵੀ ਰਹੇ ਆ ਨਿਊ ਜਰਸੀ ਦੇ, ਉਹਨਾਂ ਨੇ ਕੱਲ ABC ਨਿਊਜ਼ ਨਾਲ ਇੰਟਰਵਿਊ 'ਚ ਕਿਹਾ ਸੀ ਵੀ ਜਿਹੜੇ ਇਹਨਾਂ ਦੇ ਲੀਗਲ ਟੀਮ ਆ ਜਿਹੜੇ ਕੇਸ ਕਰਦੀ ਆ ਕੋਈ ਨੈਸ਼ਨਲ ਐਮਬੈਰਸਮੈਂਟ ਆ, ਵੀ ਉਦੋਂ ਵੱਧ ਉਹ ਕਹਿੰਦੇ ਆ ਵੀ ਰਿਪਬਲਿਕਨ ਪਾਰਟੀ ਦੀ ਹੋਰ ਬੇਇੱਜ਼ਤੀ ਕੀ ਹੋ ਸਕਦੀ ਆ ਵੀ ਜੋ ਕਰ ਰਹੇ ਨੇ ਉਹ। ਤੇ ਉਹਦੇ ਕਰਕੇ ਉਹ ਜਦੋਂ ਆਪਣੇ ਜਿਹੜੇ ਰਿਪਬਲਿਕਨ ਉਹ ਕਹਿਣਾ ਸ਼ੁਰੂ ਕਰਦੇ ਨੇ ਓਪਨਲੀ, ਉਹ ਵੀ ਟੀਵੀ ਤੇ ਉਹ ਇੱਕ ਜਿਹੜਾ ਵੱਡਾ ਸਾਈਨ ਸੀਗਾ। ਪਲੱਸ ਜਿਹੜਾ ਇਹਨਾਂ ਨੇ ਪੈਨਸਿਲਵੇਨੀਆ 'ਚ ਕੇਸ ਕੀਤਾ ਸੀ ਵੀ ਸਰਟੀਫਾਈ ਨਾ ਕਰੇ ਸਟੇਟ, ਉਹ ਪਰਸੋਂ ਸੈਟਰਡੇ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਜਿਹੜਾ ਹੈਗਾ ਉਹ ਕੇਸ ਡਿਸਮਿਸ ਕਰਤਾ ਤੇ ਉਹਨੇ ਕਿਹਾ ਵੀ ਅੱਗੇ ਤੋਂ ਮੇਰੀ ਕੋਰਟ 'ਚ ਨਾ ਆਇਓ ਤੇ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ। ਤੇ ਉਹ ਜੱਜ ਵੀ ਉਹਨੇ ਜਿਹੜੇ ਆਪ ਰਿਪਬਲਿਕਨ ਨੇ, ਜਿਹੜੇ ਕਿ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਨੇ ਲਾਏ ਸੀ, ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਮੇਰੀ ਕੋਰਟ 'ਚ ਨਹੀਂ ਇਹੋ ਜਿਹਾ ਕੇਸ ਹੋਣਾ ਚਾਹੀਦਾ ਦੁਬਾਰਾ, ਵੀ ਤੁਹਾਡੇ ਕੋਲ ਕੋਈ ਪ੍ਰੂਫ ਜਿਹੜੇ ਬਾਕੀ। ਕਹਿਣ ਦਾ ਭਾਵ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਕਨਫਰਮ ਹੀ ਆ ਹੁਣ ਕਿ ਜੋ ਬਾਈਡਨ ਨੂੰ ਅਗਲੇ ਰਾਸ਼ਟਰਪਤੀ ਦੀ ਸਹੁੰ ਚੁਕਾਉਣ ਤੋਂ ਕੋਈ ਹੁਣ ਰੋਕ ਨਹੀਂ ਸਕਦਾ, ਕਿਉਂਕਿ ਕੋਰਟਸ ਵੀ ਕਾਫੀ ਸਖਤੀ 'ਚ ਦਿਖ ਰਹੀਆਂ। ਹਾਂ, ਇਹਨਾਂ ਨੇ ਜਿੰਨੀਆਂ ਵੀ ਮਤਲਬ ਕੋਰਟਾਂ ਦੇ ਵਿੱਚ ਕੇਸ ਕੀਤੇ ਨੇ ਉਹ ਸਾਰੇ ਹੀ ਤਕਰੀਬਨ ਡਿਸਮਿਸ ਹੋਏ ਆ ਤੇ ਉਹ ਕਿਸੇ ਕੋਰਟ ਦੇ ਵਿੱਚ, ਕਿਉਂਕਿ ਆਫਟਰ ਆਲ ਮਾਰਜਨ ਬਹੁਤ ਜ਼ਿਆਦਾ। ਮਿਸ਼ੀਗਨ ਦੇ ਵਿੱਚ ਇਹਨਾਂ ਨੇ ਟਰਾਈ ਕੀਤੀ, ਉਹਦੇ ਤਕਰੀਬਨ 1.5 ਲੱਖ ਵੋਟਾਂ ਦਾ ਮਾਰਜਨ ਆ। ਪੈਨਸਿਲਵੇਨੀਆ 'ਚ 80,000 ਵੋਟਾਂ ਦਾ ਫਰਕ ਆ, ਵਿਸਕੌਨਸਿਨ 'ਚ 20,000 ਦਾ। ਤੇ ਜਿਹੜਾ ਜਾਰਜੀਆ ਦੇ ਵਿੱਚ ਰੀਕਾਊਂਟ ਹੋਇਆ ਉਦੋਂ ਬਾਅਦ 12,800 ਵੋਟਾਂ ਦਾ ਤਕਰੀਬਨ ਫਰਕ ਆ। ਤੇ ਉੱਥੇ ਗਵਰਨਰ ਨੇ ਕਿਹਾ ਦੁਬਾਰਾ ਰੀਕਾਊਂਟ ਕਰੋ, ਪਰ 2 ਦਿਨ 'ਚ ਹੋ ਜਾਊਗਾ। ਉਹਨੇ ਸਰਟੀਫਾਈ ਕਰਤਾ, ਉਹ ਵੀ ਜੋ ਬਾਈਡਨ ਜਿੱਤ ਗਿਆ। ਜਿਹੜੀ ਐਰੀਜ਼ੋਨਾ ਉਹਦੇ ਵਿੱਚ 10,000 ਵੋਟਾਂ ਦਾ ਫਰਕ ਆ, ਫਰਕ ਜ਼ਿਆਦਾ। ਤੇ ਅਮਰੀਕਾ ਦੀ ਜਿਹੜੀ ਹਿਸਟਰੀ ਆ ਰੰਧਾਵਾ ਸਾਹਿਬ, ਉਹ ਇਹ ਆ ਵੀ ਇੱਥੇ ਰੀਕਾਊਂਟ ਦੇ ਵਿੱਚ 500-400 ਵੋਟਾਂ ਤੋਂ ਵੱਧ ਫਰਕ ਨਹੀਂ ਪੈਂਦਾ ਆਪਣਾ ਕਦੇ ਵੀ। ਜਿਹੜਾ ਵੋਟਰ ਫਰਾਡ ਅਲੈਜ ਕਰਦੇ ਸੀ ਉਹ ਕਿਤੇ ਨਿਕਲਿਆ ਨਹੀਂ। ਸੋ ਇਸ ਕਰਕੇ ਕੋਰਟਾਂ ਨੇ ਕਿਹਾ ਵੀ ਫਰਾਡ ਤੋਂ ਬਿਨਾਂ ਅਸੀਂ ਤੁਹਾਡੇ ਕੇਸ ਨਹੀਂ ਸੁਣਨੇ। ਤੇ ਉਹ ਕੇਸ ਜਿਹੜੇ ਨੇ ਉਹਨਾਂ ਦਾ ਹਸ਼ਰ ਇੱਕ ਇੱਕ ਕਰਕੇ ਜਿਹੜਾ ਹੈਗਾ ਉਹ ਬੜਾ ਮਾੜਾ ਹੋ ਰਿਹਾ, ਡਿਨਾਈ ਹੋ ਰਹੇ ਨੇ। ਇਸੇ ਕਰਕੇ ਅੱਜ ਬੜੀ ਇੰਪੋਰਟੈਂਟ ਡਿਵੈਲਪਮੈਂਟ ਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਸੱਦਾ ਦਿੱਤਾ ਜੋ ਬਾਈਡਨ ਨੂੰ ਕਿ ਉਹ ਆ ਕੇ ਜਿਹੜੀ ਆਪਣੀ ਟ੍ਰਾਂਜੀਸ਼ਨ ਦਾ ਕੰਮ ਸ਼ੁਰੂ ਕਰਨ। ਤੇ ਇੱਕ ਕਿਸਮ ਦਾ ਉਹਨਾਂ ਨੇ ਮੰਨ ਲਿਆ ਹੈ ਕਿ ਹੁਣ ਜੋ ਬਾਈਡਨ ਅਗਲੇ ਪ੍ਰੈਜ਼ੀਡੈਂਟ ਹੋਣਗੇ ਤਾਂ ਉਹ ਹੁਣ ਕੰਮ ਸ਼ੁਰੂ ਹੋ ਜੂ, ਕਿਉਂਕਿ ਸਟੇਟਾਂ ਨੇ ਤਕਰੀਬਨ ਆਹ ਮਹੀਨੇ ਦੇ ਐਂਡ ਤੱਕ ਜਾਂ ਅਗਲੇ ਮਹੀਨੇ ਦੇ ਸ਼ੁਰੂ ਸਰਟੀਫਾਈ ਕਰ ਦੇਣਾ। ਉਦੋਂ ਬਾਅਦ ਜਿਹੜਾ ਦਸੰਬਰ ਦਾ ਦੂਜਾ ਹਫ਼ਤਾ ਉਹ 'ਚ ਜਿਹੜੇ ਇਲੈਕਟੋਰਲ ਕਾਲਜ ਦੇ ਮੈਂਬਰ ਨੇ ਜਿਹੜੇ ਕਿ ਨਾਲ ਹੀ ਜਿੱਤੇ, ਜਦੋਂ ਕਿ ਇੱਕ ਕੈਂਡੀਡੇਟ ਜਿੱਤਦਾ ਤਾਂ ਨਾਲ ਹੀ ਜਿੱਤ ਜਾਂਦੇ ਆ, ਉਹਨਾਂ ਦੀ ਮੀਟਿੰਗ ਹੋਣੀ ਆ ਹਰੇਕ ਸਟੇਟ ਕੈਪੀਟਲ ਤੇ। ਉਹਨਾਂ ਨੇ ਆਪੋ ਆਪਣੀਆਂ ਵੋਟਾਂ ਆਪਣੇ ਕੈਂਡੀਡੇਟ ਨੂੰ ਪਾਉਣੀਆਂ। ਜਿਹੜੇ ਜੋ ਬਾਈਡਨ ਦੇ ਜਿੱਤੇ ਉਹਨਾਂ ਨੇ ਜੋ ਬਾਈਡਨ ਨੂੰ ਪਾਉਣੀਆਂ, ਜਿਹੜੇ ਟਰੰਪ ਦੇ ਜਿੱਤੇ ਉਹਨਾਂ ਨੇ ਟਰੰਪ ਨੂੰ ਪਾਉਣੀਆਂ। ਤੇ ਉਸ ਤੋਂ ਬਾਅਦ ਇਹ ਜਿਹੜੀ ਹੈਗੀ ਆ ਫਿਰ 6 ਤਰੀਕ ਨੂੰ ਉਹਨਾਂ ਨੇ ਆਪਣਾ ਜਿਹੜਾ ਹੈਗਾ ਜਿਹੜੇ ਆਪਣਾ ਸਪੀਕਰ ਆ ਹਾਊਸ ਦਾ, ਉਹਨਾਂ ਨੇ ਉਹਨਾਂ ਦੀਆਂ ਵੋਟਾਂ ਖੋਲਣੀਆਂ ਤੇ ਇਨਵਾਈਟ ਕਰਨਾ। ਤੇ 20 ਤਰੀਕ ਨੂੰ 20 ਜਨਵਰੀ ਨੂੰ ਸਹੁੰ ਜਿਹੜੀ ਹੈਗੀ ਆ ਉਹ ਨਵੇਂ ਪ੍ਰੈਜ਼ੀਡੈਂਟ ਨੇ ਚੁੱਕਣੀ ਆ। ਤਾਂ ਉਹ ਰਾਹ ਹੁਣ ਤਕਰੀਬਨ ਪੱਧਰਾ ਹੁੰਦਾ ਲੱਗਦਾ ਕਿ ਉਹਨਾਂ ਨੇ ਆਪਣੀ ਜਿਹੜੀ ਕੈਬਨਿਟ ਆ ਉਹਦੇ ਵੀ ਅੱਜ ਕਾਫੀ ਅਪਾਇੰਟਮੈਂਟਸ ਕੀਤੀਆਂ ਨੇ, ਜਿਹੜੀਆਂ ਕੱਲ ਨੂੰ ਉਹਨਾਂ ਨੇ ਜਦੋਂ ਇੱਥੇ ਮੰਗਲਵਾਰ ਹੋਣੀ ਆ। ਤੇ ਜੋ ਬਾਈਡਨ ਨੇ ਜਿਹੜੇ ਆਪਣੇ ਨਵੇਂ ਕੈਬਨਿਟ ਦੇ ਜਿਹੜੇ ਆਪਣੇ ਮਿਨਿਸਟਰ, ਜਿਵੇਂ ਆਪਾਂ ਇੱਥੇ ਇੰਡੀਆ 'ਚ ਮਿਨਿਸਟਰ ਕਹਿੰਦੇ ਆ ਜਾਂ ਹੋਰਾਂ ਕੰਟਰੀਆਂ 'ਚ ਇੱਥੇ ਆਪਾਂ ਸੈਕਟਰੀ ਕਹਿ ਦਿੰਦੇ ਆ, ਜਿਹੜੇ ਲੇਕਿਨ ਹੁੰਦੀਆਂ ਮਿਨਿਸਟਰ ਦੀਆਂ ਪੋਸਟਾਂ ਨੇ। ਤੇ ਉਹ ਜਿਹੜੇ ਮਤਲਬ ਹੈਗੇ ਕੈਬਨਿਟ ਸੈਕਟਰੀਜ਼, ਉਹਨਾਂ ਨੂੰ ਜਿਹੜੀ ਹੈਗੀ ਆ ਉਹ ਕੱਲ ਇੰਟਰੋਡਿਊਸ ਕਰਨਾ ਉਹਨਾਂ ਨੇ ਮੀਡੀਆ ਨੂੰ। ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਵੀ ਜਿਹੜੇ ਹੈਗੇ ਪਿਕ ਕੀਤੇ ਆ, ਜਿਹੜਾ ਹੈਗਾ ਆਪਣਾ ਸਟੇਟ ਡਿਪਾਰਟਮੈਂਟ ਉਹਦੇ ਵੀ ਕੀਤੇ ਆ, ਸੈਕਟਰੀ ਆਫ ਸਟੇਟ ਵੀ। ਤੇ ਉਹਨਾਂ ਨੇ ਜੌਨ ਕੈਰੀ ਜਿਹੜੇ ਪਹਿਲਾਂ ਮਤਲਬ ਸੈਂਟਰ ਵੀ ਰਹੇ ਨੇ ਤੇ ਸੈਕਟਰੀ ਆਫ ਸਟੇਟ ਰਿਹਾ ਬਾਮਾ ਵੇਲੇ, ਉਹਨਾਂ ਨੂੰ ਜਿਹੜਾ ਕਲਾਈਮੇਟ ਦਾ ਬਣਾਇਆ ਇੰਚਾਰਜ ਵੀ, ਕਲਾਈਮੇਟ ਦੇ ਜਿਹੜਾ ਜ਼ਾਰ ਬਣਾਇਆ ਵੀ ਇਹਦੇ ਬਾਰੇ ਜਿਹੜੀਆਂ ਮੀਟਿੰਗਾਂ ਬਾਹਰ ਇੰਟਰਨੈਸ਼ਨਲ ਲੈਵਲ ਤੇ ਹੋਣੀਆਂ, ਕਿਉਂਕਿ ਸੈਕਟਰੀ ਆਫ ਸਟੇਟ ਰਹੇ ਨੇ, ਉਹਨਾਂ ਦੀ ਕਾਫੀ ਇਹਦੇ ਵਿੱਚ ਇਸ ਫੀਲਡ ਜਾਣਕਾਰੀ ਆ। ਤੇ ਤਕਰੀਬਨ ਬੰਦੇ ਉਹੀ ਪਿਕ ਕੀਤੇ ਨੇ ਜਿਹੜੇ ਬੜੇ ਐਕਸਪੀਰੀਅੰਸ ਨੇ, ਜਿਹੜੇ ਕਿ ਇਹਨਾਂ ਡਿਪਾਰਟਮੈਂਟਾਂ ਦੇ ਤਕਰੀਬਨ ਡਿਪਟੀ ਸੈਕਟਰੀ ਦੇ ਤੌਰ ਤੇ ਆਪੋ ਆਪਣੇ ਡਿਪਾਰਟਮੈਂਟ 'ਚ ਕੰਮ ਮਤਲਬ ਪਹਿਲਾਂ ਕਰਦੇ ਰਹੇ ਨੇ। ਤੇ ਉਹਨਾਂ ਨੂੰ ਉਹਨਾਂ ਨੇ ਲਿਆ ਤੇ ਉਹ ਟੀਮ ਕੱਲ ਨੂੰ ਇੰਟਰੋਡਿਊਸ ਕਰਨਗੇ। ਜੀ ਬਹੁਤ ਸਾਰੀ ਅਨਾਉਂਸਮੈਂਟਸ ਕੀਤੀ ਸੀ ਇਲੈਕਸ਼ਨ ਤੋਂ ਪਹਿਲਾਂ ਜੋ ਬਾਈਡਨ ਨੇ ਇਮੀਗ੍ਰੇਸ਼ਨ ਬਾਬਤ, ਖਾਸ ਤੌਰ ਤੇ ਕਿਉਂਕਿ ਤੁਸੀਂ ਇਮੀਗ੍ਰੇਸ਼ਨ ਦੇ ਵਕੀਲ ਹੋ, ਉਹਦੇ ਬਾਰੇ ਕੀ ਅਪਡੇਟ ਹੈ ਜੀ ਆਉਣ ਵਾਲੇ ਸਮੇਂ ਵਿੱਚ? ਹੁਣ ਜਦੋਂ ਇਹ ਸਹੁੰ ਚੱਕਣਗੇ ਉਸ ਤੋਂ ਬਾਅਦ ਹੀ ਹੋਏਗਾ। ਪਰ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਕਿ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਟਰੰਪ ਨੇ ਕੀਤੇ ਆ ਉਹ ਸਾਰੇ ਮੈਂ ਰਿਵਰਸ ਕਰ ਦਿਆਂਗਾ।
ਤੇ ਉਹਨਾਂ ਵਿੱਚ ਖਾਸ ਕਰਕੇ ਜਿਹੜਾ ਉਹਨਾਂ ਨੇ ਬੈਨ ਲਾਏ ਸੀਗੇ ਆਹ ਸਾਰੀਆਂ ਕੈਟਾਗਰੀਜ਼ ਜਿਹੜੀਆਂ ਫੈਮਿਲੀ ਇਮੀਗ੍ਰੇਸ਼ਨ ਦੀਆਂ ਹੈਗੀਆਂ, ਸਿਟੀਜ਼ਨ ਦੇ ਮਾਪੇ ਦੀ, ਭੈਣ ਭਰਾ ਦੀ, ਤੇ ਇਹਨਾਂ ਕੈਟਾਗਰੀਜ਼ ਨੂੰ, ਤੇ ਪਲੱਸ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਹਸਬੈਂਡ ਵਾਈਫ ਆ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਇੱਕ ਤਾਂ ਮੈਂ ਇਹਨਾਂ ਨੂੰ ਜਾਣੀ ਕਿ ਰਿਵਰਸ ਕਰ ਦੂੰਗਾ। ਦੂਜਾ ਉਹਨਾਂ ਨੇ ਕਿਹਾ ਸੀ ਬਾਈਡਨ ਨੇ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੇ ਜਿਹੜੇ ਸਪਾਊਸਸ ਨੇ, ਹਸਬੈਂਡ ਵਾਈਫ ਤੇ ਬੱਚੇ, ਉਹਨਾਂ ਨੂੰ 2-3 ਸਾਲ ਨਹੀਂ ਲੱਗਣੇ ਚਾਹੀਦੇ, ਇੱਕਦਮ ਇਮੀਡੀਏਟ ਸ਼ਾਇਦ ਰਿਲੀਫ ਦੇਣ ਕਿ ਗ੍ਰੀਨ ਕਾਰਡ ਹੋਲਡਰਾਂ ਦੇ ਵਾਈਫ ਤੇ ਬੱਚੇ ਇੱਕਦਮ ਹੀ ਆ ਜਾਣ ਸਿਟੀਜ਼ਨ ਵਾਂਗੂ। ਉਹ ਵੀ ਇੱਕ ਨਵੀਂ ਚੀਜ਼ ਕਰਨ ਜਾ ਰਹੇ ਆ। ਉਹਦੇ ਨਾਲ ਨਾਲ H1 ਤੇ ਵੀ ਇਹ ਰਿਲੀਫ ਦੇਣਗੇ, ਜਿਵੇਂ ਕਿ ਮਤਲਬ ਕਾਫੀ ਸਖਤੀ ਕੀਤੀ, ਆਪਾਂ ਅੱਗੇ ਡਿਸਕਸ ਕੀਤਾ ਹੀ ਸੀ ਆਪਣੇ ਪ੍ਰੋਗਰਾਮਾਂ 'ਚ ਕਿ ਇਹਨਾਂ ਨੇ ਕਾਫੀ ਸਖਤੀ H1 ਤੇ ਕੀਤੀ ਆ, ਉਹਨੂੰ ਵੀ ਇਹ ਚੇਂਜ ਕਰਨਗੇ। ਉਸ ਤੋਂ ਇਲਾਵਾ ਜਿਹੜੇ ਪੋਲੀਟੀਕਲ ਅਸਾਈਲਮ ਵਾਲਿਆਂ ਦੇ ਜਿਹੜੇ ਰਿਸਟ੍ਰਿਕਸ਼ਨਸ ਨੇ, ਜਿਵੇਂ ਵਰਕ ਪਰਮਿਟ ਦੀ ਆ, ਹੁਣ ਇਹਨਾਂ ਨੇ ਕਰਤਾ ਸੀ ਵੀ ਸਾਲ ਬਾਅਦ ਮਿਲੂਗਾ 6 ਮਹੀਨੇ ਦੀ ਬਜਾਏ, ਉਹਨੂੰ ਵੀ ਚੇਂਜ ਕਰਨਗੇ। ਉਹਦੇ ਨਾਲ 3rd ਕੰਟਰੀ ਰੂਲ ਆ ਵੀ ਜਿਹੜੀ ਕੰਟਰੀ 'ਚੋਂ ਬੰਦਾ ਲੰਘ ਕੇ ਆਉਂਦਾ ਉੱਥੇ ਅਪਲਾਈ ਕਰੇ, ਉਹਨੂੰ ਵੀ ਚੇਂਜ ਕਰਨਗੇ। ਸੋ ਇਦਾਂ ਦਾ ਇਹ ਕਈ ਕੁਛ ਇਹਨਾਂ ਨੇ ਹੁਣ ਜਿਹੜੇ ਐਂਟਰੀ ਸੀ ਬੰਦੇ ਜਿਹੜੇ ਬਾਰਡਰ ਕ੍ਰਾਸ ਕਰਕੇ ਆਉਂਦੇ, ਉਹ ਵੀ ਨੰਬਰ ਬਹੁਤ ਘਟਾਤਾ ਸੀਗਾ ਵੀ ਇੰਨੇ ਬੰਦੇ ਨਹੀਂ ਆ ਸਕਦੇ, ਉਹਨੂੰ ਵੀ ਚੇਂਜ ਕਰਨਗੇ। ਸੋ ਕਾਫੀ ਕੁਝ ਚੇਂਜ ਕਰਨਗੇ, ਪਰ ਇਹਨੂੰ ਟਾਈਮ ਲੱਗੇਗਾ। ਇਹ ਨਹੀਂ ਵੀ ਸਾਰਾ ਕੁਝ ਪਹਿਲੇ ਦਿਨ ਹੀ ਕਰ ਦੇਣਾ, ਉਦੋਂ ਸ਼ੁਰੂ ਕਰਕੇ ਹੌਲੀ ਹੌਲੀ ਇਹ ਫਿਰ ਅਗਲੇ ਆਉਣ ਵਾਲੇ ਮਹੀਨਿਆਂ 'ਚ ਕੁਛ ਇਹ ਕਰਨਗੇ, ਕੁਛ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਉਹ ਕਰਨਗੇ, ਕੁਛ ਅਟਾਰਨੀ ਜਨਰਲ ਕਰ ਸਕਦੇ ਆ ਜਿਹੜੇ ਡਿਪਾਰਟਮੈਂਟਾਂ ਦੇ ਹੈਗੇ ਆ, ਪਰ ਚੇਂਜਸ ਸ਼ੁਰੂ ਹੋ ਜਾਣਗੀਆਂ ਤੇ ਇਮੀਗ੍ਰੇਸ਼ਨ ਦੇ ਹੱਕ 'ਚ ਹੋਣਗੇ। ਕੇਸਸ ਬਹੁਤ ਸਾਰੇ ਰੁਕ ਗਏ ਆ ਕਿਉਂਕਿ ਇਹਨਾਂ ਨੇ ਬੈਨ ਲਾਇਆ ਟਰੰਪ ਸਾਹਿਬ ਨੇ 31 ਦਸੰਬਰ ਤੱਕ। ਕੀ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਹੈਗੀ ਆ 31 ਦਸੰਬਰ ਤੋਂ ਬਾਅਦ, ਕਿਉਂਕਿ 20 ਜਨਵਰੀ ਨੂੰ ਜਾ ਕੇ ਇਹਨਾਂ ਨੇ ਸਹੁੰ ਚੁੱਕਣੀ ਬਾਈਡਨ ਸਾਹਿਬ ਨੇ, ਤੇ ਕੀ ਟਰੰਪ ਸਾਹਿਬ ਪਹਿਲੀ ਤਰੀਕ ਨੂੰ ਫਿਰ ਦੁਬਾਰਾ ਨਵੇਂ ਰੂਲਸ ਆਪਣੇ ਕੋਈ ਲਾਗੂ ਕਰ ਸਕਦੇ? ਦੇਖੋ, ਉਹਨਾਂ ਨੂੰ ਕਰਨੇ ਤਾਂ ਨਹੀਂ ਚਾਹੀਦੇ ਕਿਉਂਕਿ ਜਦੋਂ ਨਵੀਂ ਐਡਮਿਨਿਸਟ੍ਰੇਸ਼ਨ ਆ ਰਹੀ ਆ ਤੇ ਉਹਨਾਂ ਨੇ ਹੁਣ ਮੰਨ ਵੀ ਲਿਆ ਵੀ ਜਿਹੜੇ ਹੈਗੇ ਬਾਈਡਨ ਸਾਹਿਬ ਜਿੱਤ ਗਏ ਨੇ, ਜਿਹੜਾ ਉਹਨਾਂ ਨੇ ਲਾਓ ਕਰਤਾ, ਉਹਨਾਂ ਨੂੰ ਵੀ ਟ੍ਰਾਂਜੀਸ਼ਨ ਦਾ ਕੰਮ ਸ਼ੁਰੂ ਕਰਤਾ, ਤੇ ਉਹਨਾਂ ਦੀ ਆਪਣੀ ਪਾਰਟੀ ਦੇ ਤਕਰੀਬਨ ਆਲਮੋਸਟ ਕਈ ਵੱਡੇ ਲੀਡਰਾਂ ਨੇ ਜਿਹਦੇ ਵਿੱਚ ਕਿ ਸੈਂਟਰਸ ਨੇ, ਗਵਰਨਰਸ ਨੇ, ਉਹਨਾਂ ਨੂੰ ਮੰਨ ਲਿਆ। ਸੋ ਇਸ ਹਾਲਤ ਦੇ ਵਿੱਚ ਉਹਨਾਂ ਨੂੰ ਐਕਸਟੈਂਡ ਤਾਂ ਨਹੀਂ ਕਰਨਾ ਚਾਹੀਦਾ। ਪਰ ਟਰੰਪ ਦਾ ਤੁਹਾਨੂੰ ਪਤਾ ਵੀ ਟਰੰਪ ਹੀ ਨੇ, ਤੇ ਇਹ ਵੀ ਹੋ ਸਕਦਾ ਵੀ ਆਪਣੀ ਬੇਸ ਨੂੰ ਖੁਸ਼ ਕਰਨ ਵਾਸਤੇ ਉਹ 1 ਤਰੀਕ ਨੂੰ ਫਿਰ ਫਰਮਾਨ ਜਾਰੀ ਕਰ ਦੇਣ ਵੀ 6 ਮਹੀਨੇ ਲਈ ਹੋਰ ਤੱਕ ਵਧਾ ਸਕਦੇ ਆ, ਵੀ ਜਦ ਤੱਕ ਉਹ ਪ੍ਰੈਜ਼ੀਡੈਂਟ ਨੇ 20 ਦਿਨ ਹੋਰ ਐਕਸਟੈਂਡ ਕਰਤਾ, ਉਹ ਕਰ ਸਕਦੇ ਆ, ਪਰ ਕਰਨਾ ਨਹੀਂ ਚਾਹੀਦਾ। ਪਰ ਇਹਨਾਂ ਤੋਂ ਕੁਝ ਵੀ ਐਕਸਪੈਕਟਡ ਆ। ਦੋਸਤੋ, ਤੁਸੀਂ ਦੇਖ ਰਹੇ ਹੋ US ਇਮੀਗ੍ਰੇਸ਼ਨ ਐਂਡ ਪੋਲਿਟਿਕਸ, ਤੇ ਸਾਡੇ ਨਾਲ ਨੇ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਮਿਲਦੇ ਹਾਂ। ਤੁਸੀਂ ਬਣੇ ਰਹੋ ਪੰਜਾਬ USA ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਹਾਜ਼ਰ ਹਾਂ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਦੇ ਇਸ ਐਪੀਸੋਡ ਵਿੱਚ। ਦੋਸਤੋ, ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਹੁਣੇ ਸਰਦਾਰ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾ ਨਾਲ ਕੀਤੀਆਂ, ਜਿਸ ਵਿੱਚ ਉਹਨਾਂ ਨੇ ਮੌਜੂਦਾ ਹਾਲਾਤ ਜਿਹੜੇ ਸੀਗੇ ਪੋਲਿਟਿਕਸ ਦੇ ਉਸ ਬਾਰੇ ਦੱਸਿਆ ਵੀ USA 'ਚ ਕੀ ਚੱਲ ਰਿਹਾ। ਹੁਣ ਅਗਲਾ ਜਿਹੜਾ ਐਪੀਸੋਡ ਆ ਸਾਡਾ, ਉਹਦੇ ਵਿੱਚ ਅਸੀਂ ਪੁੱਛਾਂਗੇ ਜਿਹੜੇ ਤੁਹਾਡੇ ਵੱਲੋਂ ਆਏ ਹੋਏ ਸਵਾਲ ਆ ਇਮੀਗ੍ਰੇਸ਼ਨ ਬਾਬਤ। ਪਹਿਲਾ ਸਵਾਲ ਆ ਸਰਦਾਰ ਜਸਪ੍ਰੀਤ ਸਿੰਘ ਜੀ ਕਿ ਅਪ੍ਰੈਲ 2020 ਚੋਂ ਕਹਿ ਰਹੇ ਆ ਕਿ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ, ਸਾਨੂੰ ਕੋਈ ਹਾਲੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ। ਦੇਖੋ, ਇਸ ਤਰ੍ਹਾਂ ਹੈਗਾ ਰੰਧਾਵਾ ਸਾਹਿਬ, ਜੇ ਤਾਂ ਇਹਨਾਂ ਨੇ US ਸਿਟੀਜ਼ਨ ਨੇ, ਇਹਨਾਂ ਨੇ ਆਪਣੇ ਵਾਈਫ ਹਸਬੈਂਡ ਦਾ ਕੀਤਾ, ਫਿਰ ਤਾਂ ਇਹ ਹੈਗੀ ਆ ਫਸਟ ਪ੍ਰੈਫਰੈਂਸ ਕੈਟਾਗਰੀ। ਤੇ ਇਹਦੇ ਵਿੱਚ ਇਹਨਾਂ ਨੇ ਜੇ ਅਪਲਾਈ ਕੀਤਾ, ਇਹਨਾਂ ਨੂੰ ਕੋਈ ਰਿਸੀਵ ਨੋਟਿਸ ਵਗੈਰਾ ਇਮੀਗ੍ਰੇਸ਼ਨ ਆਪਾਂ ਫੀਸ ਭਰਦੇ ਆ $535, ਉਹਦਾ ਲੈਟਰ ਆਉਣਾ ਚਾਹੀਦਾ। ਤੇ ਜੇ ਉਹ ਨਹੀਂ ਆਇਆ ਤਾਂ ਫਿਰ ਤਾਂ ਹੋ ਸਕਦਾ ਵੀ ਉੱਥੇ ਕੇਸ ਪਹੁੰਚਿਆ ਹੀ ਨਾ ਹੋਵੇ, ਇਹਨਾਂ ਨੂੰ ਚਾਹੀਦਾ ਦੁਬਾਰਾ ਕਾਲ ਕਰਨ ਉੱਥੇ ਜਾਂ ਪਤਾ ਕਰਨ। ਤੇ ਜੇ ਫਰਜ਼ ਕਰੋ ਇਹਨਾਂ ਕੋਲ ਰਸੀਦ ਲੈਟਰ ਆਇਆ ਹੋਇਆ ਤਾਂ ਫਿਰ ਇਹ ਉਸ ਰਸੀਦ ਤੇ ਨੰਬਰ ਤੇ ਕਾਲ ਕਰਨ ਤੇ ਉਥੋਂ ਪਤਾ ਲੱਗੂਗਾ ਵੀ, ਕਿਉਂਕਿ ਉਦੋਂ ਜਦੋਂ ਇਹਨਾਂ ਨੇ ਕੀਤਾ ਅਪ੍ਰੈਲ, ਜਦੋਂ ਮਤਲਬ ਕੋਵਿਡ ਕਰਕੇ ਬੰਦ ਵੀ ਸੀਗੇ ਕੁਝ ਇਮੀਗ੍ਰੇਸ਼ਨ ਦੇ ਡਿਪਾਰਟਮੈਂਟ, ਤਾਂ ਖੁੱਲੇ ਆ, ਤੇ ਉਥੋਂ ਪਰਸਿਊ ਕਰਨ। ਪਰ ਜੇ ਇਹ ਹੈਗੇ ਗ੍ਰੀਨ ਕਾਰਡ ਹੋਲਡਰ ਤੇ ਇਹਨਾਂ ਦੇ ਹਸਬੈਂਡ ਜਾਂ ਵਾਈਫ ਜਾਂ ਉੱਤੇ ਕੀਤਾ ਅਪਲਾਈ, ਤਾਂ ਉਹਨੂੰ ਜ਼ਿਆਦਾ ਟਾਈਮ ਲੱਗ ਸਕਦਾ। ਰਸੀਦ ਤਾਂ ਉਹਦੀ ਵੀ ਆਉਣੀ ਚਾਹੀਦੀ ਆ, ਪਰ ਉਹਦਾ ਕਿਉਂਕਿ ਦਸੰਬਰ ਤੱਕ ਬੈਨ ਲੱਗਿਆ ਹੋਇਆ। ਤੇ ਆਪਾਂ ਗੱਲ ਕਰਕੇ ਹਟੇ ਆ ਵੀ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਨੇ ਆਪਣੇ ਹੁਣ ਜਿਹੜੇ ਮਤਲਬ ਪਿੱਛੇ ਬਿਆਨ ਦਿੱਤੇ ਆ ਵੀ ਮੈਂ ਜਿਹੜਾ ਗ੍ਰੀਨ ਕਾਰਡ ਹੋਲਡਰ ਹਸਬੈਂਡ ਵਾਈਫ ਜਾਂ ਬੱਚੇ ਦਾ ਕਰਦੇ ਆ, ਉਹਨਾਂ ਨੂੰ 2-3 ਸਾਲ ਦੀ ਵੇਟ ਨਹੀਂ ਕਰਨੀ ਚਾਹੀਦੀ, ਤੇ ਉਹਨਾਂ ਨੂੰ ਮੈਂ ਇੱਕਦਮ ਹੀ ਕਰ ਦੇਣਾ ਵੀ ਜਿਵੇਂ ਸਿਟੀਜ਼ਨ ਦੇ ਨਾਲ ਆਪਣੇ ਉਹ ਸਾਲ 6 ਮਹੀਨੇ 'ਚ ਹੀ ਆ ਜਾਣ ਬੱਚੇ ਉਹਨਾਂ ਦੇ। ਸੋ ਇਹਨਾਂ ਨੇ ਜੇ ਨਹੀਂ ਆਇਆ ਤਾਂ ਇਹਨਾਂ ਨੂੰ ਚਾਹੀਦਾ ਇਮੀਗ੍ਰੇਸ਼ਨ ਤੋਂ ਪਤਾ ਕਰਨ, ਜੇ ਕਿਸੇ ਵਕੀਲ ਨਾਲ ਹੀ ਕੀਤਾ ਤਾਂ ਉਹ ਪਤਾ ਕਰਨ ਵੀ ਕਿਉਂ ਇਹਨਾਂ ਦਾ ਇੰਨੀ ਡਿਲੇ ਚੱਲ ਰਹੀ ਹੈ। ਜੀ ਦੂਜਾ ਸਵਾਲ ਹੈ ਜੀ, 2005 'ਚ ਫੈਮਿਲੀ ਵੀਜ਼ਾ ਅਪਲਾਈ ਕੀਤਾ ਸੀ, ਪਰ ਤੁਸੀਂ ਕਿਹਾ ਸੀ ਕਿ 2005 ਚੱਲ ਰਿਹਾ, ਹਾਲੇ ਤੱਕ ਸਾਡਾ ਮੈਡੀਕਲ ਨਹੀਂ ਹੋਇਆ। ਦੇਖੋ, 2005 ਚੱਲ ਰਿਹਾ ਸੀ ਬੈਨ ਲੱਗਣ ਤੋਂ ਪਹਿਲਾਂ, ਤੇ ਉਦੋਂ ਬਾਅਦ ਅਪ੍ਰੈਲ ਦੇ ਵਿੱਚ ਬੈਨ ਲਾਤਾ ਪ੍ਰੈਜ਼ੀਡੈਂਟ ਟਰੰਪ ਨੇ, ਉਹ ਅਜੇ ਉੱਥੇ ਖੜਾ 5 ਹੀ ਚੱਲ ਰਿਹਾ। ਤੇ ਇਸ ਕਰਕੇ ਜਦੋਂ ਇਹ ਬੈਨ ਖੁੱਲੂਗਾ ਆਪਣੇ 31 ਦਸੰਬਰ ਤੱਕ ਜਾਂ
ਚਲੋ ਇੰਨਾ ਵੀ ਮੰਨ ਲਓ ਵੀ 20 ਜਨਵਰੀ ਨੂੰ ਉਹਨਾਂ ਨੇ ਸਹੁੰ ਚੱਕਣੀ ਬਾਈਡਨ ਸਾਹਿਬ ਨੇ, ਉਸ ਤੋਂ ਬਾਅਦ ਖੁੱਲ੍ਹ ਹੀ ਜਾਣਾ, ਤੇ ਉਸ ਤੋਂ ਬਾਅਦ ਫਿਰ 5 ਜਿਹੜਾ ਅੱਗੇ ਤੁਰੂਗਾ ਤੇ ਫਿਰ ਪਤਾ ਲੱਗੂਗਾ ਵੀ ਕੀ ਕਿਹੜਾ ਮਹੀਨਾ 5 ਦਾ ਜਿਹੜਾ ਚੱਲ ਰਿਹਾ ਜਾਂ ਕੀ ਕਰ ਰਿਹਾ। ਫਿਲਹਾਲ ਉਹ 5 ਚੱਲ ਰਿਹਾ ਸੀ ਤਾਂ ਅੱਜ ਵੀ 5 ਹੀ ਚੱਲ ਰਿਹਾ, ਪਰ ਉਹ ਖੜਾ, ਉਹ ਅੱਗੇ ਮੂਵਮੈਂਟ ਨਹੀਂ ਹੋਈ ਕੋਈ ਵੀ। ਇਹ ਹੁਣ ਪਤਾ ਲੱਗਣਾ ਜਨਵਰੀ 'ਚ ਜੀ। ਅਗਲਾ ਸਵਾਲ ਹੈ ਜੀ, ਉਹਨਾਂ ਨੇ ਲਿਖਿਆ ਨਹੀਂ ਵੀ ਸਵਾਲ ਕੀ ਆ, ਜਸਟ ਤੁਹਾਡਾ ਥੈਂਕਸ ਕੀਤਾ, ਤੁਹਾਡਾ ਥੈਂਕਸ, ਤੁਹਾਡੀ ਗਾਈਡੈਂਸ ਨਾਲ ਸਾਡਾ ਸਾਰਾ ਮਸਲਾ ਹੱਲ ਹੋ ਗਿਆ। ਇਹ ਨਹੀਂ ਦੱਸਿਆ ਕਿ ਕੇਸ ਕਿਹੜਾ, ਸਿਰਫ ਸਾਡੇ ਚੈਨਲ ਤੇ ਉਹਨਾਂ ਨੇ ਇਹ ਮੈਸੇਜ ਭੇਜਿਆ। ਦੇਖੋ ਜੀ ਰੰਧਾਵਾ ਸਾਹਿਬ, ਆਪਣੀ ਜਿਹੜੀ ਹੈਗੀ ਤੁਹਾਡੀ ਤੇ ਮੇਰੀ, ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਜੋ ਵੀ ਲੇਟੈਸਟ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਬਾਰੇ ਅਸੀਂ ਸੌਖੇ ਤੇ ਸਰਲ ਤਰੀਕੇ ਦੇ ਨਾਲ ਆਪਣੀ ਜ਼ੁਬਾਨ ਦੇ ਵਿੱਚ ਸਮਝਾ ਸਕੀਏ, ਤੇ ਉਹਦੇ ਨਾਲ ਨਾਲ ਜਿਵੇਂ ਕਈਆਂ ਦੇ ਜਿਵੇਂ ਕੁਐਸਚਨ ਨੇ ਉਹਦਾ ਆਨਸਰ ਦੇ ਸਕੀਏ ਜਿੱਦਾਂ ਵੀ ਬੈਸਟ ਦੇ ਸਕਦੇ ਆ। ਸੋ ਉਹ ਹੋ ਸਕਦਾ ਵੀ ਕਿਸੇ ਇਸ਼ੂ ਤੇ ਇਹਨਾਂ ਨੂੰ ਸਲਾਹ ਦਿੱਤੀ ਹੋਵੇ, ਤੇ ਹੋ ਸਕਦਾ ਇਹਨਾਂ ਨੇ ਫੋਨ ਤੇ ਕਈ ਬੰਦੇ ਮੈਨੂੰ ਕਾਲ ਵੀ ਕਰ ਲੈਂਦੇ ਆ, ਉੱਤੇ ਵੀ ਸਲਾਹ ਲੈ ਲੈਂਦੇ ਆ, ਤੇ ਉਹ ਵੀ ਲਈ ਹੋਵੇ। ਤੇ ਬਾਕੀ ਜੇ ਇਹਨਾਂ ਦਾ ਮਤਲਬ ਮਸਲਾ ਹੱਲ ਹੋ ਗਿਆ, ਸਾਨੂੰ ਬੜੀ ਖੁਸ਼ੀ ਆ, ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਮਤਲਬ ਸਾਡੇ ਤੇ ਭਰੋਸਾ ਕਰਕੇ ਸਾਡੀ ਐਡਵਾਈਸ ਮੰਨੀ ਤੇ ਇਹਨਾਂ ਦਾ ਮਸਲਾ ਹੱਲ ਹੋ ਗਿਆ। ਦੂਸਰਾ ਦੋਸਤੋ, ਮੈਂ ਤੁਹਾਨੂੰ ਦੱਸਦਾ ਕਿ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ, ਜਿਹੜੇ ਕਿ USA 'ਚ ਪ੍ਰੈਕਟਿਸ ਕਰਦੇ ਆ, ਉਹਨਾਂ ਦਾ ਫੋਨ ਨੰਬਰ ਆ 9179154142। ਤੁਸੀਂ ਸਾਡੀ ਸਕਰੀਨ ਤੇ ਵੀ ਇਹਨਾਂ ਦਾ ਫੋਨ ਨੰਬਰ ਦੇਖ ਸਕਦੇ ਹੋ। ਕੋਈ ਵੀ ਸਲਾਹ ਲੈਣੀ ਹੈ ਇਮੀਗ੍ਰੇਸ਼ਨ ਬਾਬਤ, ਤੁਸੀਂ ਇਹਨਾਂ ਨੂੰ ਕਦੇ ਵੀ ਕਾਲ ਕਰ ਸਕਦੇ ਹੋ। ਅਗਲਾ ਸਵਾਲ ਚੱਲਦੇ ਹਾਂ ਜੀ। ਯੂ ਵੀਜ਼ਾ ਮਾਰਚ 2016 'ਚ ਅਪਲਾਈ ਕੀਤਾ ਸੀ, ਕਦੋਂ ਤੱਕ ਵਰਕ ਪਰਮਿਟ ਮਿਲੇਗਾ? ਉਹਨੂੰ ਟਾਈਮ ਲੱਗ ਰਿਹਾ ਜੀ, ਉਹਨੂੰ ਅੱਜ ਕੱਲ ਤਕਰੀਬਨ 3-4 ਸਾਲ ਲੱਗ ਰਹੇ ਨੇ, ਪਰ ਆਹ ਸਾਲ ਤਾਂ ਹੁਣ ਕੋਵਿਡ ਕਰਕੇ ਇਮੀਗ੍ਰੇਸ਼ਨ ਬੰਦ ਰਹੀ ਹੈ, ਡਿਲੇ ਨਾ ਹੋ ਗਿਆ। ਮੇਰਾ ਖਿਆਲ ਇਹਨਾਂ ਨੂੰ ਡਿਊ ਹੀ ਆ, ਮਿਲਣਾ ਚਾਹੀਦਾ ਤੇ ਛੇਤੀ ਜਿਵੇਂ ਅਗਲੇ ਸਾਲ ਦੇ ਵਿੱਚ, ਪਰ ਫਿਰ ਵੀ ਪਤਾ ਕਰਨ। ਜੇ ਇਹਨਾਂ ਨੇ ਆਪ ਕੀਤਾ ਤਾਂ ਮੇਰਾ ਖਿਆਲ ਯੂ ਵੀਜ਼ਾ ਤਾਂ ਆਪ ਨਹੀਂ ਕੀਤਾ ਹੋਣਾ, ਕਿਸੇ ਵਕੀਲ ਦਾ ਹੀ ਕੀਤਾ ਹੋਣਾ, ਤੇ ਉਹ ਫਿਰ ਆਪਣੇ ਵਕੀਲ ਸਾਹਿਬ ਨੂੰ ਕਹਿਣ ਪਤਾ ਕਰਨ, ਤੇ ਇਹਨਾਂ ਨੂੰ ਅਗਲੇ ਸਾਲ ਜਨਵਰੀ 'ਚ ਮਿਲਣਾ ਚਾਹੀਦਾ। ਜੀ ਜੀ। ਅਗਲਾ ਸਵਾਲ ਹੈ ਜੀ, ਗ੍ਰੀਨ ਕਾਰਡ ਜਿਹੜਾ ਸਪਾਊਸ ਵੀਜ਼ਾ, ਗ੍ਰੀਨ ਕਾਰਡ ਹੈਗੇ ਆ, ਸਪਾਊਸ ਵੀਜ਼ਾ ਅਪਲਾਈ ਕਰਨ ਦਾ ਕਦੋਂ ਖੁੱਲ ਰਿਹਾ? ਦੇਖੋ ਇਸ ਤਰ੍ਹਾਂ ਵੀ ਐਪਲੀਕੇਸ਼ਨਾਂ ਤਾਂ ਅਜੇ ਵੀ ਲੈ ਰਹੇ ਨੇ। ਐਪਲੀਕੇਸ਼ਨ ਤਾਂ ਇਹ ਜਿਹੜਾ ਅਪਲਾਈ ਕਰਨਾ $535 ਫੀਸ ਲਾ ਕੇ I-130 ਫਾਰਮ ਤੇ ਭਾਵੇਂ ਜਦੋਂ ਮਰਜ਼ੀ ਭੇਜ ਦੇਣ, ਪਰ ਇਸ ਕੈਟਾਗਰੀ ਤੇ ਬੈਨ ਲੱਗਿਆ ਹੋਇਆ ਪ੍ਰੈਜ਼ੀਡੈਂਟ ਟਰੰਪ ਦੁਆਰਾ, ਜਿਹੜੀ ਕਿ ਦਸੰਬਰ 31 ਤੱਕ ਆ, ਤੇ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਇਹ ਕੈਟਾਗਰੀ ਖੁੱਲੇਗੀ। ਤੇ ਜੇ ਟਰੰਪ ਸਾਹਿਬ ਨੇ ਨਾ ਦੁਆਰਾ ਬੈਨ ਲਾਇਆ, ਫਿਰ ਤਾਂ ਜਨਵਰੀ 1 ਤੋਂ ਹੀ ਖੁੱਲ ਜਾਣੀ ਚਾਹੀਦੀ ਜਾਂ 2 ਤੋਂ, ਨਹੀਂ ਫਿਰ ਇਹ 20 ਤੋਂ ਬਾਅਦ ਖੁੱਲੇਗੀ। ਤੇ ਇਸੇ ਬਾਰੇ ਆਪਾਂ ਕੀ ਗੱਲ ਕਰਦੇ ਹਟੇ ਆ ਵੀ ਪ੍ਰੈਜ਼ੀਡੈਂਟ ਇਲੈਕਟ ਬਾਈਡਨ ਨੇ ਇਹ ਗੱਲ ਕਹੀ ਆ ਵੀ ਜਿਹੜੀ ਇਹ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਦੀ ਕੈਟਾਗਰੀ ਆ, ਇਹ ਤੇਜ਼ ਹੋਣੀ ਚਾਹੀਦੀ ਆ, ਵੀ ਇਹਨੂੰ ਤਕਰੀਬਨ 2.5-3 ਸਾਲ ਲੱਗਦੇ ਆ, ਵੀ ਉਹ ਗਲਤ ਆ। ਬਲਕਿ ਇੱਕ ਹੋਰ ਗੱਲ ਉਹਨੇ ਰੰਧਾਵਾ ਸਾਹਿਬ ਕਹੀ ਆ, ਉਹ ਇਹ ਕਹੀ ਆ ਵੀ ਜਿਹੜੇ ਬੰਦੇ ਉੱਥੇ 15-15 ਸਾਲ ਤੋਂ ਇੰਡੀਆ 'ਚ ਵੇਟ ਕਰ ਰਹੇ ਨੇ, ਜਿਵੇਂ ਆਹ ਜਿਹੜੀ ਕੈਟਾਗਰੀ ਜਿਹੜਾ ਕਿਹਦਾ ਸਵਾਲ ਸੀ ਵੀ 2005 ਹੀ ਚੱਲਦਾ, ਜਾਂ ਜਿਹਨਾਂ ਨੂੰ ਮਤਲਬ 10-12 ਸਾਲ ਹੋ ਗਏ, ਜਿਹੜੇ ਕਿ ਹਸਬੈਂਡ ਵਾਈਫ ਨੇ ਕਿਸੇ ਨੇ ਮਤਲਬ ਜਿਹੜਾ US ਸਿਟੀਜ਼ਨ ਨੇ ਅਪਲਾਈ ਕੀਤਾ, ਆਪਣੇ ਮਤਲਬ ਭੈਣ ਭਰਾ ਨੂੰ ਕੀਤਾ ਜਾਂ ਮਾਂ-ਬਾਪ ਨੂੰ ਕੀਤਾ, ਇਹਨਾਂ ਨੂੰ ਕਾਫੀ ਟਾਈਮ ਹੋ ਗਿਆ, ਉਹਨਾਂ ਨੂੰ ਉਹ ਕਹਿ ਰਹੇ ਨੇ ਵੀ ਟੈਂਪਰੇਰੀ ਵੀਜ਼ਾ ਦੇਣ ਦੀ ਵੀ ਸਕੀਮ ਕਰ ਸਕਦੇ ਨੇ, ਵੀ ਇਹਨਾਂ ਨੂੰ ਇੰਨਾ ਟਾਈਮ ਹੋ ਗਿਆ, ਇੱਥੇ ਆ ਜਾਣ ਟੈਂਪਰੇਰੀ ਵੀਜ਼ੇ ਤੇ, ਇੱਥੇ ਵਰਕ ਪਰਮਿਟ ਤੇ ਕੰਮ ਕਰੀ ਜਾਣ, ਜਦੋਂ ਵਾਰੀ ਆ ਜੂਗੀ ਤਾਂ ਉਹਨਾਂ ਦੀ ਜਦੋਂ ਆ ਜੂਗੀ ਟਰਨ ਤਾਂ ਇੱਥੇ ਗ੍ਰੀਨ ਕਾਰਡ ਮਿਲ ਜਾਵੇ। ਇਹ ਵੀ ਉਹ ਕਹਿੰਦੇ ਮੈਂ ਕਰਾਂਗਾ। ਸੋ ਇਹ ਹੋ ਸਕਦਾ ਵੀ ਉਹ ਟਾਈਮ ਪੀਰੀਅਡ ਘਟਾਉਣ ਵਾਸਤੇ ਵੀ ਉਹ ਗ੍ਰੀਨ ਕਾਰਡ ਤਾਂ ਨਹੀਂ ਉਹਨਾਂ ਨੂੰ ਜਲਦੀ ਦੇ ਸਕਦੇ, ਕਿਉਂਕਿ ਉਹਦੇ ਵੀਜ਼ਾ ਨੰਬਰ ਕਾਂਗਰਸ ਅਲਾਟ ਕਰਦੀ ਆ, ਪਰ ਜੇ ਉਹਨਾਂ ਨੂੰ ਟੈਂਪਰੇਰੀ ਆਉਣ ਦੀ ਪਰਮਿਸ਼ਨ ਦੇ ਦੇਣ ਤੇ ਉਹ ਬੰਦੇ ਇੱਥੇ ਆ ਸਕਦੇ ਨੇ, ਆ ਕੇ ਉਨੀ ਦੇਰ ਵਰਕ ਪਰਮਿਟ ਮਿਲ ਜਾਣਗੇ ਤੇ ਉਹ ਕੰਮ ਕਰੀ ਜਾਣਗੇ, ਜਦੋਂ ਵੀਜ਼ਾ ਨੰਬਰ ਅਵੇਲੇਬਲ ਹੋ ਗਿਆ ਤਾਂ ਇੱਥੇ ਗ੍ਰੀਨ ਕਾਰਡ ਮਿਲ ਜੂਗਾ। ਇਹ ਵੀ ਕਹਿੰਦੇ ਅਸੀਂ ਕਰਨ ਜਾ ਰਹੇ ਹਾਂ ਤੇ ਸ਼ਾਇਦ ਇੰਪਲੀਮੈਂਟ ਕਰਨ। ਜੀ। ਅਗਲਾ ਸਵਾਲ ਬੜਾ ਇੱਕ ਸੈਂਸਿਟਿਵ ਜਿਹਾ ਸਵਾਲ ਆ। ਕਹਿੰਦੇ ਅਸੀਂ 2008 'ਚ ਸਾਡੇ ਲਈ ਫੈਮਿਲੀ ਵੀਜ਼ਾ ਅਪਲਾਈ ਕੀਤਾ ਗਿਆ ਸੀ, ਜਿਨ੍ਹਾਂ ਨੇ ਕੀਤਾ ਸੀ ਉਹਨਾਂ ਦੀ ਡੈਥ ਹੋ ਗਈ, ਕੀ ਸਾਡੀ ਪਟੀਸ਼ਨ ਵੈਲਿਡ ਰਹੇਗੀ? ਨਹੀਂ ਜੀ, ਜਦੋਂ ਇਹ ਜਿਹੜੀ ਪਟੀਸ਼ਨ ਹੁੰਦੀ ਆ ਬਲੱਡ ਰਿਲੇਸ਼ਨ ਦੀ ਬੇਸ ਤੇ ਹੁੰਦੀ ਆ, ਤੇ ਇਹਦੇ ਵਿੱਚ ਜੇ ਫਰਜ਼ ਕਰੋ ਜਿਹੜਾ ਪਟੀਸ਼ਨਰ ਆ ਉਹ ਜਾਂ ਤਾਂ ਮਤਲਬ ਭੈਣ ਭਰਾ ਹੁੰਦੇ ਨੇ ਜਾਂ ਮਾਂ-ਬਾਪ ਹੁੰਦੇ ਨੇ, ਤੇ ਜੇ ਬੱਚੇ ਮਾਂ-ਬਾਪ ਦੀ ਗੱਲ ਤਾਂ ਫਸਟ ਪ੍ਰੈਫਰੈਂਸ ਕੈਟਾਗਰੀ ਹੋਈ ਆ, ਤੇ ਜੇ 8 'ਚ ਕੀਤਾ ਤਾਂ ਮੇਰਾ ਖਿਆਲ ਹੈ ਜਾਂ ਤਾਂ ਭੈਣ ਭਰਾ ਨੇ ਕੀਤਾ ਤੇ ਜਾਂ ਹੋ ਸਕਦਾ ਮਾਂ-ਬਾਪ ਨੇ ਕੀਤਾ ਹੋਵੇ ਮੈਰਿਡ ਬੱਚਿਆਂ ਦਾ, ਤੇ ਉਹਦੇ ਜੇ ਜਿਹੜਾ ਪਟੀਸ਼ਨਰ ਆ ਉਹਦੀ ਡੈਥ ਹੋ ਗਈ ਆ ਤਾਂ ਬੈਨੀਫੀਸ਼ਰੀ ਨੂੰ ਕੁਝ ਨਹੀਂ ਮਿਲਣਾ, ਕਿਉਂਕਿ ਉਹ ਤਾਂ ਜਿਹੜਾ ਸੀ ਬਲੱਡ ਰਿਲੇਸ਼ਨ ਦੀ ਕੈਟਾਗਰੀ ਆ, ਉਹਨੂੰ ਕੋਈ ਹੋਰ ਨਹੀਂ ਕਰ ਸਕਦਾ, ਉਹ ਪਟੀਸ਼ਨ ਖਤਮ ਹੋ ਜਾਏਗੀ। ਜੀ। ਅਗਲਾ ਸਵਾਲ ਹੈ ਜੀ, F4 ਵੀਜ਼ਾ ਦੀ ਇੰਟਰਵਿਊ ਕੈਂਸਲ ਹੋ ਗਈ, ਅਸੀਂ ਕੀ ਕਰੀਏ? F4 ਤਾਂ ਉਹੀ ਕੈਟਾਗਰੀ ਆ ਜਿਹੜੀ ਆਪਾਂ ਗੱਲ ਕਰਦੇ ਹਟੇ ਰੰਧਾਵਾ ਸਾਹਿਬ, ਜਿਹੜੀ ਭਰਾ ਭੈਣ ਦੀ ਕੈਟਾਗਰੀ ਆ, ਤੇ ਜਿਹ 'ਚ 2005 ਚੱਲਦਾ, ਉਹਦੀ ਤਾਂ ਮਤਲਬ ਕੈਂਸਲ ਹੋ ਗਈ। ਉਹਦੇ ਕਈ ਕਾਰਨ ਹੋ ਸਕਦੇ, ਇੱਕ ਤਾਂ ਇਹ ਸੀ ਕੋਵਿਡ ਕਰਕੇ ਹੋਈਆਂ ਕੈਂਸਲ, ਕੁਛ ਇਹ ਬੈਨ ਲੱਗ ਗਿਆ ਜਿਹੜਾ ਲਾਇਆ ਪ੍ਰੈਜ਼ੀਡੈਂਟ ਟਰੰਪ ਨੇ,
ਸੋ ਇਹ ਤਾਂ ਦਸੰਬਰ ਤੋਂ ਬਾਅਦ ਜਦੋਂ ਬੈਨ ਖਤਮ ਹੋਊਗਾ, ਜਨਵਰੀ 'ਚ ਉਦੋਂ ਹੀ ਪਤਾ ਲੱਗਣਾ। ਉਦੋਂ ਬਾਅਦ ਫਿਰ ਇਹ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈ ਗਾਈਡਲਾਈਨਸ ਬਣਾਊਗੀ ਤੇ ਇੰਟਰਵਿਊਜ਼ ਆਉਣਗੀਆਂ। ਹੋ ਸਕਦਾ ਜਦ ਤੱਕ ਕੋਵਿਡ ਦੀ ਜਿਹੜੀ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਇੰਟਰਵਿਊ ਫਿਰ ਵੀ ਨਾ ਆਵੇ, ਕਿਉਂਕਿ ਜਿਹੜਾ ਕੋਵਿਡ ਜ਼ਿਆਦਾ ਹੋਣ ਕਰਕੇ ਇੰਡੀਆ 'ਚ ਵੀ ਬਹੁਤ ਜ਼ਿਆਦਾ, ਅਮਰੀਕਾ 'ਚ ਵੀ ਬਹੁਤ ਵੱਧ ਰਿਹਾ, ਤੇ ਉਹਦੇ 'ਚ ਇੰਟਰਵਿਊ ਮੇਰਾ ਨਹੀਂ ਖਿਆਲ ਵੀ ਐਮਬੈਸੀ ਕਰੂਗੀ ਇਹਨਾਂ ਦੀ, ਵੀ ਜਦ ਤੱਕ ਉਹ ਨਹੀਂ ਆਉਂਦੀ। ਪਰ ਬੈਨ ਖੁੱਲ ਜਾਏਗਾ। ਸੋ ਅਗਲੇ ਸਾਲ ਪਤਾ ਲੱਗਣਾ ਆਫਟਰ ਜਨਵਰੀ, ਤੇ ਉਸ ਤੋਂ ਬਾਅਦ ਫਿਰ ਜਿਹੜਾ ਐਮਬੈਸੀ ਆਪਣੇ ਆਪ ਇਹਨਾਂ ਨੂੰ ਈਮੇਲ ਕਰੂਗੀ ਜਾਂ ਇਹ ਪਤਾ ਕਰਨ, ਤੇ ਉਹਦੇ ਮੁਤਾਬਕ ਜੋ ਚੀਜ਼ਾਂ ਚਾਹੀਦੀਆਂ, ਹੋ ਸਕਦਾ ਪੁਲਿਸ ਰਿਪੋਰਟਾਂ ਦੁਆਰਾ ਇਹਨਾਂ ਕੋਲ ਮੰਗਣ, ਪਾਸਪੋਰਟ ਰਿਪੋਰਟ ਜਾਂ ਜਿਹੜਾ ਮੈਡੀਕਲ ਵਗੈਰਾ ਦੁਆਰਾ ਹੋਵੇ, ਤੇ ਇੰਟਰਵਿਊ ਆਉਣਗੀਆਂ ਅਗਲੇ ਸਾਲ 'ਚ। ਜੀ, ਅਗਲਾ ਸਵਾਲ ਹੈ ਜੀ, H1 ਵੀਜ਼ਾ ਉਹਦੇ ਬਾਰੇ ਪੁੱਛ ਰਹੇ ਆ, ਕੋਈ ਨਵੀਂ ਕੋਈ ਅਪਡੇਟ ਹੋਵੇ ਅਮਰੀਕਾ 'ਚ? ਨਵੀਂ ਅਪਡੇਟ ਫਿਲਹਾਲ ਤਾਂ ਸਖਤੀ ਆ ਜਿਹੜੀ ਟਰੰਪ ਸਾਹਿਬ ਨੇ ਕੀਤੀ ਸੀ। ਇਹਨਾਂ ਨੇ H1 ਦੀ ਸਪੈਸ਼ਲਿਟੀ ਆਕੂਪੇਸ਼ਨ ਚੇਂਜ ਕਰਤੀ ਸੀ, ਇੱਕ ਵੇਜ, ਜਿਵੇਂ ਆਪਾਂ ਆਪਣੇ ਪਿਛਲੇ ਪ੍ਰੋਗਰਾਮਾਂ 'ਚ ਗੱਲ ਕਰਦੇ ਰਹੇ ਆ ਵੀ ਜਿਹੜੀ ਤਨਖਾਹ ਦਾ ਇਹਨਾਂ ਨੇ ਡਬਲ ਕਰਤੀ ਸੀ ਆਲਮੋਸਟ, ਵੀ ਜੇ ਬੰਦੇ ਨੂੰ ਅਮਰੀਕਾ 'ਚ ਹਾਇਰ ਕਰਨਾ ਤਾਂ ਤਨਖਾਹ ਉਹਦੀ 80,000 ਹੈ, ਜੇ ਬਾਹਰੋਂ ਲਿਆਉਣਾ ਤਾਂ 1,50,000 ਦੇਣਾ ਪਊਗਾ। ਇਸ ਤਰ੍ਹਾਂ ਉਹ ਹੁਣ ਜਿਹੜੀਆਂ ਚੇਂਜਸ ਨੇ ਇਹਨਾਂ ਨੇ ਕੀਤੀਆਂ ਨੇ, ਪਰ ਉਹ ਹੁਣ ਜਦੋਂ ਨਵੀਂ ਐਡਮਿਨਿਸਟ੍ਰੇਸ਼ਨ ਆਈ ਆ ਤੇ ਇਹਨਾਂ ਨੇ ਕਿਹਾ, ਬਾਈਡਨ ਸਾਹਿਬ ਨੇ, ਵੀ ਮੈਂ ਉਹ ਚੇਂਜਸ ਰਿਵਰਸ ਕਰ ਦਿਆਂਗਾ। ਤੇ ਜੇ ਰਿਵਰਸ ਕਰਨਗੇ, ਦੇਖਦੇ ਆ ਨਵੀਂ ਪਾਲਿਸੀ ਕੀ ਆ, ਉਹਦੇ ਮੁਤਾਬਕ ਥੋੜਾ ਸਰਲ ਕਰਨਗੇ ਤੇ H1 ਦਾ ਵੀ ਥੋੜਾ ਸੌਖਾ ਹੋ ਜਾਊਗਾ ਅਗਲੇ ਸਾਲ। ਉਹ ਪਤਾ ਲੱਗੂ ਤੇ ਇਹ ਬਣਨਗੇ ਪ੍ਰੈਜ਼ੀਡੈਂਟ ਉਸ ਤੋਂ ਬਾਅਦ। ਅਜੇ ਸਖਤੀ ਆ। ਠੀਕ ਹੈ ਜੀ, ਅਗਲਾ ਸਵਾਲ ਹੈ ਜੀ, K1 ਵੀਜ਼ਾ ਬਾਰੇ ਦੱਸਿਓ ਕਿ ਇਹ ਕੀ ਹੈ? K1 ਤਾਂ ਬੇਸਿਕਲੀ ਜਿਹੜਾ ਹੈਗਾ ਫਿਆਂਸੇ ਵੀਜ਼ਾ ਹੁੰਦਾ, ਕਿ ਜਦੋਂ ਬੰਦਾ ਇੱਥੋਂ ਜਾ ਕੇ ਮੰਗਣਾ ਕਰਕੇ ਉੱਥੇ ਇੰਡੀਆ ਦੇ ਵਿੱਚ, ਜਿਵੇਂ ਕੋਈ US ਸਿਟੀਜ਼ਨ ਆ, ਉਹ ਗ੍ਰੀਨ ਕਾਰਡ ਹੋਲਡਰ ਨਹੀਂ ਕਰ ਸਕਦਾ, ਸਿਟੀਜ਼ਨ ਨਹੀਂ ਕਰ ਸਕਦਾ, ਤੇ ਸਿਟੀਜ਼ਨ ਜਾ ਕੇ ਉੱਥੇ ਇੰਗੇਜਮੈਂਟ ਕਰਦਾ, ਇੰਗੇਜਮੈਂਟ ਕਰਕੇ ਤੇ ਆਪਣੇ ਫਿਆਂਸੇ ਨੂੰ ਅਪਲਾਈ ਕਰਦਾ, ਉਹਨੂੰ K1 ਕਹਿੰਦੇ ਆ। ਜਦੋਂ ਇੱਥੇ ਆ ਜਾਂਦਾ ਫਿਆਂਸੇ, ਆਉਣ ਤੋਂ ਬਾਅਦ 3 ਮਹੀਨੇ ਦੇ ਵਿੱਚ ਉਹਨੂੰ ਜਿਹੜਾ ਹੈਗਾ ਉਹ ਮੈਰਿਜ ਰਜਿਸਟਰ ਕਰਾ ਕੇ, ਜਿਹੜਾ ਹੈਗਾ ਐਡਜਸਟਮੈਂਟ ਆਫ ਸਟੇਟਸ ਦੀ ਐਪਲੀਕੇਸ਼ਨ ਦੇਣੀ ਪੈਂਦੀ ਹੈ, ਵੀ ਇੱਥੇ ਵਿਆਹ ਰਜਿਸਟਰ ਕਰਾ ਕੇ ਤੇ ਸਿੱਧਾ ਹੀ I-485 ਭਰ ਕੇ ਤੇ ਉੱਥੇ ਫਿਰ ਗ੍ਰੀਨ ਕਾਰਡ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਅਗਲਾ ਸਵਾਲ ਇੱਕ ਸਾਡੇ ਦਰਸ਼ਕ ਨੇ ਕੀਤਾ ਜੀ, ਪੁੱਛ ਰਹੇ ਆ ਕਿ F-22 ਇਮੀਗ੍ਰੇਸ਼ਨ ਵੀਜ਼ਾ ਜਿਹੜਾ ਹੈਗਾ ਉਹ ਸਾਰਾ ਕੁਝ ਕੁਆਲੀਫਾਈਡ ਹੋਇਆ, ਸਾਰੇ ਡਾਕੂਮੈਂਟਸ ਤੇ ਫੀਸ ਜਿਹੜੀ ਆ ਉਹ ਭਰ ਦਿੱਤੀ ਆ, 28 ਜਨਵਰੀ 2020 ਨੂੰ ਉਹ ਰਿਸੀਵ ਵੀ ਹੋਈ ਆ। ਉਸ ਤੋਂ ਬਾਅਦ ਸਾਨੂੰ ਮੁੰਬਈ ਐਮਬੈਸੀ ਤੋਂ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲ ਰਹੀ। ਉਹ ਤਾਂ ਇਹੀ ਗੱਲ ਹੈ ਜੀ, ਵੀ ਹੋ ਸਕਦਾ ਕੋਵਿਡ ਕਰਕੇ, ਮਤਲਬ ਜਿਵੇਂ ਹੁਣ ਮਾਰਚ ਤੋਂ ਬਾਅਦ ਤਕਰੀਬਨ ਕਾਫੀ ਤੁਹਾਨੂੰ ਪਤਾ ਹੀ ਆ ਵੀ ਐਮਬੈਸੀ ਬੰਦ ਵੀ ਰਹੀ ਆ, ਤੇ ਹੁਣ ਵੀ ਜਿਹੜੀ ਖੁੱਲੀ ਆ ਸਿਰਫ ਐਮਰਜੈਂਸੀ ਸੇਵਾਵਾਂ ਲਈ ਆ। ਤੇ ਕੁਝ ਇਹ ਵੀ ਹੋ ਸਕਦਾ ਵੀ ਜਿਹੜੀ ਮਤਲਬ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ ਕੈਟਾਗਰੀ ਆ, ਉੱਥੇ ਤਾਂ ਬੈਨ ਹੈ ਨਹੀਂ, ਪਰ ਬਾਕੀ ਸਾਰੀਆਂ ਤੇ ਬੈਨ ਆ, ਉਹਦੇ ਕਰਕੇ ਵੀ ਡਿਲੇ ਹੋ ਸਕਦੀ। ਬਾਕੀ ਮੇਨ ਤਾਂ ਕੋਵਿਡ ਰਿਲੇਟਡ ਵੀ ਇਹਨਾਂ ਨੂੰ ਚਾਹੀਦਾ ਐਮਬੈਸੀ ਨਾਲ ਕੰਟੈਕਟ ਕਰਨ, ਜੇ ਨਹੀਂ ਕਰ ਰਹੇ ਤਾਂ ਦੁਬਾਰਾ ਕੰਟੈਕਟ ਕਰਨ, ਉੱਥੇ ਈਮੇਲ ਕਰਨ ਜਾਂ ਲੈਟਰ ਲਿਖਣ। ਇਹੀ ਤਰੀਕਾ ਹੈ, ਇਸ ਤੋਂ ਇਲਾਵਾ ਹੋਰ ਤਾਂ ਕੋਈ ਤਰੀਕਾ ਹੈ ਨਹੀਂਗਾ, ਕਿ ਉੱਥੇ ਤੁਸੀਂ ਆਪ ਜਾ ਕੇ ਤਾਂ ਪਤਾ ਕਰ ਨਹੀਂ ਸਕਦੇ ਬਿਨਾਂ ਅਪਾਰਟਮੈਂਟ ਤੋਂ। ਜੀ, ਅਗਲਾ ਸਵਾਲ ਬੜਾ, ਹਲੇ ਇੰਡੀਆ 'ਚ ਬੈਠੇ ਹੋ ਤੇ ਉਹ ਕਹਿ ਰਹੇ ਕਿ ਸਾਨੂੰ ਇੱਥੇ ਕੋਈ ਦੂਜੀ ਪਾਰਟੀ ਤੰਗ ਕਰ ਰਹੀ ਆ ਤੇ ਅਸੀਂ ਇੱਥੇ ਆਣ ਕੇ ਸੈਲਮ ਕੇਸ ਲੈਣਾ ਚਾਹੁੰਦੇ ਆ, ਤੇ ਉਹਦਾ ਕੀ ਪ੍ਰੋਸੀਜਰ ਹੈ? ਦੇਖੋ ਰੰਧਾਵਾ ਸਾਹਿਬ, ਸੈਲਮ ਕੇਸ ਇਹਦੀ ਬੇਸ ਤੇ ਇਦਾਂ ਨਹੀਂ ਲੱਗਦਾ, ਜੇ ਇੱਥੇ ਅਮਰੀਕਾ ਆਉਣਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਇਹ ਦੱਸਿਆ ਸਾਡੇ ਕੋਲ ਅਮਰੀਕਾ ਦਾ ਵੀਜ਼ਾ ਅਸੈਲਮ ਦੇ 5 ਗਰਾਊਂਡ ਹੁੰਦੇ ਨੇ, ਉਹਨਾਂ ਦੇ ਵਿੱਚ ਹੋਣਾ ਚਾਹੀਦਾ ਕੇਸ। ਜੇ ਉਹ 5 ਦੇ ਵਿੱਚ ਆਏਗਾ, ਉਹਨਾਂ 'ਚ ਇੱਕ ਹੈਗਾ ਪੋਲੀਟੀਕਲ, ਇੱਕ ਹੈਗਾ ਜਿਹੜਾ ਹੈਗਾ ਰਿਲੀਜਨ, ਤੇ ਇੱਕ ਹੈਗੀ ਆ ਜਿਹੜੀ ਰੇਸ ਤੇ ਨੈਸ਼ਨੈਲਿਟੀ, ਤੇ ਉਸ ਤੋਂ ਇਲਾਵਾ ਮੈਂਬਰਸ਼ਿਪ ਇਨ ਪਾਰਟਿਕੂਲਰ ਸੋਸ਼ਲ ਗਰੁੱਪ, ਇਦਾਂ ਦੇ ਯਾਨੀ ਕਿ 5 ਗਰਾਊਂਡ ਹੁੰਦੇ ਨੇ। ਉਹਨਾਂ 5 ਗਰਾਊਂਡਾਂ ਦੇ ਵਿੱਚ ਜੇ ਆਉਂਦਾ ਤਾਂ ਆ, ਜੇ ਪਰਸਨ ਐਨਮਿਟੀ ਆ, ਕਿਸੇ ਨਾਲ ਵੀ ਉੱਦਾਂ ਦੁਸ਼ਮਣੀ ਆ ਜਾਂ ਤੰਗ ਕਰਦਾ, ਉਹ ਅਸੈਲਮ ਦਾ ਗਰਾਊਂਡ ਹੀ ਹੈ ਨਹੀਂ। ਤੇ ਪਰ ਉੱਥੇ ਬੈਠੇ ਤਾਂ ਫਿਰ ਵੀ ਨਹੀਂ ਕਰ ਸਕਦੇ, ਜਿੰਨੀ ਦੇਰ ਬੰਦਾ ਅਮਰੀਕਾ 'ਚ ਐਂਟਰ ਨਹੀਂ ਕਰਦਾ ਉਨੀ ਦੇਰ ਤੱਕ, ਚਾਹੇ ਉਹਦਾ ਗਰਾਊਂਡ ਬਣਦਾ ਵੀ ਹੋਵੇ ਤਾਂ ਵੀ ਨਹੀਂ ਅਸੈਲਮ ਕਰ ਸਕਦਾ। ਸੋ ਇੰਡੀਆ ਤੋਂ ਨਹੀਂ ਹੋਣਾ। ਜੇ ਅਮਰੀਕਾ ਆਉਣਗੇ, ਇਹਨਾਂ ਨੂੰ ਕੋਈ ਜੈਨੂਇਨ ਪ੍ਰੋਬਲਮ ਹੈ, ਫਿਰ ਉਸ ਟਾਈਮ ਦੇਖਿਆ ਜਾਊਗਾ ਵੀ ਕੀ ਇਹ ਅਸੈਲਮ ਲਈ ਕੁਆਲੀਫਾਈ ਕਰਦੇ ਆ ਕਿ ਨਹੀਂ ਕਰਦੇ। ਇੱਕ ਦਰਸ਼ਕ ਪੁੱਛ ਰਿਹਾ ਜੀ, ਮੈਂ K1 ਵੀਜ਼ਾ ਜਿਹੜਾ ਉਹ ਸੀਗਾ ਮੇਰਾ, ਪਰ ਜਿਹੜਾ ਪੈਕੇਜ ਹੈ ਔਰ ਰੋਂਗ ਕੰਟਰੀ ਵਿੱਚ ਚਲਾ ਗਿਆ, ਯਾਨੀ ਕਿ ਮਲੇਸ਼ੀਆ ਚਲਾ ਗਿਆ ਕਹਿ ਰਹੇ ਆ, ਤੇ ਕੀ ਸੋਲੂਸ਼ਨ ਹੈ ਇਹਦਾ? ਗਲਤੀ ਕਹਿੰਦੇ ਵਕੀਲ ਦੀ ਸੀ। ਇਹ ਤਾਂ ਫਿਰ ਇਹਨਾਂ ਨੂੰ ਚਾਹੀਦਾ ਵੀ ਵਕੀਲ ਨਾਲ, ਮਤਲਬ ਐਮਬੈਸੀ ਨਾਲ ਕੰਟੈਕਟ ਕਰਨ, ਜਾਂ ਵਕੀਲ ਸਾਹਿਬ ਉਹਨਾਂ ਨਾਲ ਕਰਕੇ ਦੁਬਾਰਾ ਉਹ ਮਤਲਬ ਕਰ ਸਕਦੇ ਨੇ ਉੱਥੇ ਐਮਬੈਸੀ ਜਿਹੜੀ ਵੀ ਇਹਨਾਂ ਨੂੰ, ਜਿਵੇਂ ਇੰਡੀਆ ਨੇ ਮੁੰਬਈ ਜਿਹੜਾ ਭੇਜ ਸਕਦੇ ਕਿਤੇ ਵੀ ਜਾਂ ਇਹਨਾਂ ਨੂੰ, ਤੇ ਉਹ ਫਿਰ ਉਹਦਾ ਇਹਨਾਂ ਦੇ ਵਕੀਲ ਸਾਹਿਬ ਨੂੰ ਕਹੋ ਵੀ ਉਹਨਾਂ ਨਾਲ ਕੰਟੈਕਟ ਕਰਨ, ਜਾਂ ਆਪ ਕਰਨ, ਤੇ ਉਹਨਾਂ ਨੂੰ ਕਹਿਣ ਵੀ ਜਿਹੜਾ ਪੈਕੇਜ ਹੈਗਾ ਉਹ ਸਹੀ ਥਾਂ ਤੇ ਜਾਵੇ। L1 ਵੀਜ਼ਾ ਕੀ ਹੁੰਦਾ ਤੇ ਇਸ ਬਾਰੇ ਵਿਸਤਾਰ ਨਾਲ ਦੱਸੋ ਕਹਿੰਦੇ ਆ। L1 ਜੀ? ਹਾਂਜੀ, L1 ਵੀਜ਼ਾ ਦਾ ਇੰਟਰ ਕੰਪਨੀ ਟ੍ਰਾਂਸਫਰੀ ਵੀਜ਼ਾ, ਵੀ ਜਿਵੇਂ ਕਿਸੇ ਦੀ ਕੰਪਨੀ ਕਿਸੇ ਕੰਟਰੀ ਦੇ ਵਿੱਚ ਹੈਗੀ ਆ ਤੇ ਉਹ ਬੰਦਾ ਦੁਬਾਰਾ ਇੱਥੇ ਆ ਕੇ ਆਪਣਾ ਜਿਹੜਾ ਹੈਗਾ ਮਤਲਬ ਉੱਥੇ ਬਿਜ਼ਨਸ ਹੈ ਤੇ ਉਹ ਬਿਜ਼ਨਸ ਦੀ ਬ੍ਰਾਂਚ ਖੋਲ੍ਹਣੀ ਚਾਹੁੰਦਾ ਅਮਰੀਕਾ ਦੇ ਵਿੱਚ,
ਤੇ ਉਹਦੇ ਵਿੱਚੋਂ ਆਪਣੇ ਮੈਨੇਜਰ ਨੂੰ ਮਤਲਬ ਭੇਜ ਸਕਦਾ ਜਾਂ ਆਪ ਆ ਸਕਦਾ। ਤੇ ਉਹ ਜਿਹੜੀ ਇੰਟਰ ਕੰਪਨੀ ਆ ਵੀ ਉਹ ਕੰਪਨੀ ਜਿਹੜੀ ਆ ਉਹ ਚਾਹੁੰਦੀ ਅਮਰੀਕਾ ਦੇ ਵਿੱਚ ਆਪਣਾ ਬਿਜ਼ਨਸ ਵਧਾਉਣਾ ਜਾਂ ਇੱਥੋਂ ਐਕਸਪੋਰਟ ਕਰਨਾ ਸਮਾਨ, ਜਾਂ ਅਮਰੀਕਾ ਤੋਂ ਸਮਾਨ ਇੰਡੀਆ ਲਿਜਾਣਾ, ਜਾਂ ਇੰਡੀਆ ਤੋਂ ਅਮਰੀਕਾ ਪਹੁੰਚਾਉਣਾ, ਐਕਸਪੋਰਟ ਜਾਂ ਇੰਪੋਰਟ। ਤੇ ਉਹਦਾ ਕਨੈਕਸ਼ਨ ਚਾਹੀਦਾ ਇੰਡੀਆ ਵਾਲੀ ਕੰਪਨੀ ਨਾਲ। ਤੇ ਉਹਦੀ ਬੇਸ ਤੇ ਸਿਰਫ ਜਿਹੜਾ ਉਹਦਾ ਮੈਨੇਜਰ ਹੈ ਜਾਂ ਓਨਰ ਆ, ਜੇ ਉਹ ਇੱਥੇ ਆ ਕੇ ਅਮਰੀਕਾ ਦੇ ਵਿੱਚ L1 ਤੇ ਆ ਸਕਦਾ। ਉਹਦੇ ਵਾਸਤੇ ਇੱਥੇ ਕੰਪਨੀ ਰਜਿਸਟਰ ਕਰਾਉਣੀ ਪੈਂਦੀ ਆ। ਉਹਦੇ ਇਲਾਵਾ ਆਫਿਸ ਲੈਣਾ ਪੈਂਦਾ, ਆਫਿਸ ਦੀ ਇਕੁਇਪਮੈਂਟ, ਤੇ ਫਿਰ ਅਕਾਊਂਟ ਸ਼ੋਅ ਕਰਨਾ ਪੈਂਦਾ ਵੀ ਉਹਦੇ ਵਿੱਚ ਉਨੇ ਕੁ ਪੈਸੇ ਹੈਗੇ ਸੈਟਅਪ ਕਰਨ ਲਈ। ਤੇ ਪਲੱਸ ਇੰਡੀਆ ਦੀ ਕੰਪਨੀ ਦੇ ਜਿਹੜੇ 3-4 ਸਾਲ ਦੇ ਟੈਕਸ ਦੇ ਪੇਪਰ ਦੇਖਦੇ ਨੇ ਕਿ ਉਹਨਾਂ ਦੀ ਰੈਵਨਿਊ ਇੰਨੀ ਕੁ ਹੈਗੀ ਵੀ ਉਹਨਾਂ ਨੂੰ ਲੋੜ ਵੀ ਆ ਬਾਹਰ ਅਮਰੀਕਾ ਦੇ ਵਿੱਚ, ਜਾਂ ਕੰਮ ਕਿਵੇਂ ਵੱਧ ਰਿਹਾ ਉਹਨਾਂ ਦਾ, ਉਹਨਾਂ ਨੂੰ ਬਿਜ਼ਨਸ ਪਲਾਨ ਦੇਣਾ ਪੈਂਦਾ ਇੱਕ। ਉਹਦੀ ਬੇਸ ਤੇ L1 ਲੱਗਦਾ ਤੇ ਉਹ ਫਿਰ L1 ਸਾਲ ਦਾ ਮਿਲਦਾ, ਫਿਰ 2 ਸਾਲ ਬਾਅਦ ਐਕਸਟੈਂਡ ਹੋ ਜਾਂਦਾ। ਇਸ ਤਰ੍ਹਾਂ ਉੱਤੇ ਗ੍ਰੀਨ ਕਾਰਡ ਵੀ ਅਪਲਾਈ ਹੋ ਜਾਂਦਾ ਜੀ। ਅਗਲਾ ਸਵਾਲ ਆ ਜੀ, ਇਨਵੈਸਟਮੈਂਟ ਵੀਜ਼ਾ EB-5 ਕੀ ਹੁੰਦਾ ਤੇ ਕਿਹੜੇ ਕੰਟਰੀ ਤੋਂ USA 'ਚ ਆਇਆ ਜਾ ਸਕਦਾ? EB-5 ਤਾਂ ਇਨਵੈਸਟਮੈਂਟ ਵੀਜ਼ਾ ਜਿਹਦੇ ਵਿੱਚ ਕਿ ਪਹਿਲਾਂ ਕਿਸੇ ਜ਼ਮਾਨੇ 'ਚ 5 ਲੱਖ ਹੁੰਦੀ ਸੀ ਇਹਦੀ ਲਿਮਿਟ, ਉਹ ਫਿਰ ਜਿਹੜੀਆਂ ਮਤਲਬ ਇਹ ਹੋ ਗਈ ਵੀ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਅਪਰੂਵਡ ਹੈਗੀਆਂ ਸੰਸਥਾਵਾਂ ਉਹਨਾਂ ਵਿੱਚ ਤੁਸੀਂ ਇਨਵੈਸਟ ਕਰੋ 5 ਲੱਖ ਆ, ਜੇ ਉੱਦਾਂ ਕਰਨਾ 1 ਮਿਲੀਅਨ ਆ। ਡੈਜ਼ਿਗਨੇਟਡ ਜਿਹੜੇ ਏਰੀਆ ਹੁੰਦੇ ਨੇ ਉਹਨਾਂ ਵਿੱਚ ਜਿਹੜੇ ਮਤਲਬ ਥੋੜੀ ਇਨਵੈਸਟਮੈਂਟ ਆ, ਦੂਜੇ ਜ਼ਿਆਦਾ। ਫਿਰ ਇਹਨਾਂ ਨੇ ਕੋਈ ਰੂਲ ਚੇਂਜ ਕੀਤੇ ਟਰੰਪ ਨੇ। ਹੁਣ ਆ ਨਵਾਂ ਆ ਲੈਣ ਤੋਂ ਐਡਮਿਨਿਸਟ੍ਰੇਸ਼ਨ, ਇਹਦੇ ਮੁਤਾਬਕ ਗਾਈਡ ਕਰਾਂਗੇ ਵੀ ਇਹ ਕੀ ਰੂਲ ਇਹਦੇ ਬਣਾਉਂਦੇ ਆ। ਬੇਸਿਕਲੀ ਇਨਵੈਸਟਮੈਂਟ ਵੀਜ਼ਾ ਇਹ ਤੇ ਹੁੰਦਾ ਵੀ ਜਦੋਂ ਤੁਸੀਂ ਆਓ ਤਾਂ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਨੂੰ 2 ਸਾਲ ਦਾ ਗ੍ਰੀਨ ਕਾਰਡ ਮਿਲਦਾ, ਤੇ ਉਹ ਫਿਰ 2 ਸਾਲ ਦੇ ਵਿੱਚ ਜੌਬ ਸ਼ੋਅ ਕਰਨੀ ਪੈਂਦੀ ਹੈ ਵੀ ਤੁਸੀਂ ਜੌਬਾਂ ਕ੍ਰੀਏਟ ਕੀਤੀਆਂ ਨੇ, ਇਨਵੈਸਟਮੈਂਟ ਕੀਤੀ ਆ। ਫਿਰ ਉਹ ਅੱਗੇ ਤੁਹਾਨੂੰ ਜਿਹੜਾ ਕੰਡੀਸ਼ਨ ਰਿਮੂਵਲ ਕਰਕੇ 10 ਸਾਲ ਦਾ ਗ੍ਰੀਨ ਕਾਰਡ ਦੇ ਦਿੰਦੇ ਆ। ਬਾਕੀ ਇਹਦੇ ਬਾਰੇ ਡਿਟੇਲ ਜਾਣਕਾਰੀ ਦੇਵਾਂਗੇ ਨਵੀਂ ਐਡਮਿਨਿਸਟ੍ਰੇਸ਼ਨ ਨੂੰ ਆਪਣੀਆਂ ਲੇ ਡਾਊਨ ਕਰਨ ਦੋ ਵੀ ਉਹ ਕੀ ਬਣਾਉਂਦੇ ਪਾਲਿਸੀਆਂ ਜੀ। ਆਖਰੀ ਤੇ ਅਗਲਾ ਤੇ ਆਖਰੀ ਸਵਾਲ ਹੈ ਜੀ, ਸਿਟੀਜ਼ਨ ਹੈਗੇ ਉਹ ਨਾ, ਸਿਟੀਜ਼ਨ ਬਣਨ ਲਈ ਉਹਨਾਂ ਨੇ ਅਪਲਾਈ ਕੀਤਾ ਤੇ ਬਜ਼ੁਰਗ ਆ ਉਹਨਾਂ ਦੇ ਜਿਹੜੇ ਹੈਗੇ ਆ, ਉਹ ਇੰਗਲਿਸ਼ ਨਹੀਂ ਆਉਂਦੀ ਉਹਨਾਂ ਨੂੰ, ਤੇ ਉਹਦਾ ਕੀ ਪ੍ਰੋਸੀਜਰ ਇੰਟਰਵਿਊ ਦਾ? ਰੰਧਾਵਾ ਸਾਹਿਬ ਇਸ ਤਰ੍ਹਾਂ ਜੇ ਮਤਲਬ ਸਿਟੀਜ਼ਨਸ਼ਿਪ ਦਾ ਇਹ ਹੁੰਦਾ ਕਿ ਤੁਸੀਂ ਜੇ ਤੁਹਾਨੂੰ 5 ਸਾਲ ਹੋ ਗਏ ਅਮਰੀਕਾ 'ਚ ਰਹਿੰਦਿਆਂ ਨੂੰ, ਤੇ ਉਹ 'ਚੋਂ ਤੁਸੀਂ 2.5 ਸਾਲ ਇੱਥੇ ਰਹੇ ਹੋ ਤੇ 6 ਮਹੀਨੇ ਤੋਂ ਵੱਧ ਬਾਹਰ ਨਹੀਂ ਰਹੇ, ਤੇ ਨਾਲ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਤੁਸੀਂ ਸਿਟੀਜ਼ਨਸ਼ਿਪ ਕਰ ਸਕਦੇ, ਅਪਲਾਈ ਕਰ ਸਕਦੇ ਹੋ। ਉਹਦੇ ਵਿੱਚ ਬੇਸਿਕਲੀ ਇਹ ਹੈਗਾ ਕਿ ਤੁਹਾਨੂੰ ਜਿਹੜਾ ਹੈਗਾ ਟੈਸਟ ਦੇਣਾ ਪੈਂਦਾ। ਪਰ ਕਈ ਜਿਹੜੇ ਬਜ਼ੁਰਗ ਨੇ ਉਹ ਟੈਸਟ ਨਹੀਂ ਦੇ ਸਕਦੇ। ਆਪਾਂ ਗੱਲ ਕਰਕੇ ਵੀ ਹੁਣ ਆਪਾਂ ਕਰਦੇ ਹਟੇ ਆ ਪਹਿਲਾਂ ਕਿ ਟੈਸਟ ਇਹਨਾਂ ਨੇ ਹੋਰ ਕੰਪਲੀਕੇਟ ਕਰਦਾ। ਉਹਦੇ ਅੱਗੇ 100 ਸਵਾਲ ਸੀ, 128 ਕਰਤੇ। ਹੁਣ ਅੱਗੇ ਪਹਿਲਾਂ 10 ਚੋਂ 6 ਪਾਸ ਕਰਨੇ ਪਏ ਸੀਗੇ, ਤੇ ਹੁਣ ਇਹਨਾਂ ਨੇ 20 ਚੋਂ 12 ਕਰਤੇ ਆ। ਤੇ ਉਹ ਫਿਰ ਜਿਹੜੇ ਕਈ ਓਲਡ ਬੰਦੇ ਨੇ, ਬਜ਼ੁਰਗ ਨੇ, ਉਹਨਾਂ ਨੂੰ ਯਾਦ ਕਰਨਾ ਹੀ ਔਖਾ, ਜਾਂ ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੁੰਦੀ, ਇੰਗਲਿਸ਼ ਸਮਝ ਹੀ ਨਹੀਂ ਆਉਂਦੀ। ਉਹਨਾਂ ਵਾਸਤੇ ਆ ਵੀ ਜਿਹੜਾ ਉਹਨਾਂ ਦਾ ਡਾਕਟਰ ਹੈਗਾ, ਜੇ ਉਹ ਲਿਖ ਕੇ ਦਵੇ ਵੀ ਇੰਗਲਿਸ਼ ਨਹੀਂ ਸਿੱਖ ਸਕਦੇ, ਕਿ ਇਹਨਾਂ ਨੂੰ ਕੋਈ ਇਦਾਂ ਦੀ ਬਿਮਾਰੀ ਆ ਜਾਂ ਪ੍ਰੋਬਲਮ ਹੈ ਜਿਹਦੇ ਕਰਕੇ ਇੰਗਲਿਸ਼ ਨਹੀਂ ਸਿੱਖ ਸਕਦੇ, ਜਿਵੇਂ ਭੁੱਲ ਜਾਂਦੇ ਆ, ਤੇ ਉਹ ਡਾਕਟਰ ਜਿਹੜਾ ਹੈਗਾ ਉਹ ਲਿਖ ਕੇ ਦਵੇ, ਉਹਦੀ ਬੇਸ ਤੇ ਫਿਰ ਜਿਹੜਾ ਉਹ ਹੈਗਾ ਟੈਸਟ ਮਾਫ ਹੋ ਜਾਂਦਾ। ਤੇ ਉਹ ਟੈਸਟ ਤੋਂ ਬਿਨਾਂ ਹੀ ਉਹਨਾਂ ਦੀ ਸਟੇ ਦੇਖ ਕੇ ਜਾਂ ਰੈਕਡ ਦੇਖ ਕੇ ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਦਿੰਦੇ ਆ। ਦੂਜਾ ਇਹ ਤਰੀਕਾ। ਤੇ ਉਹਨਾਂ ਨੂੰ ਇਹ ਜਿਹੜਾ ਸਾਰਾ ਪ੍ਰੋਸੈਸ ਕਿਸੇ ਅਟਾਰਨੀ ਦੇ ਥਰੂ ਜਾਣਾ ਪੈਂਦਾ? ਬਿਲਕੁਲ, ਕਿਉਂਕਿ ਕੰਪਲੀਕੇਟਡ ਆ ਥੋੜਾ ਜਿਹਾ, ਤੇ ਉਹਦੇ ਨਾਲ ਇਹ ਆ ਵੀ ਮੇਰੇ ਨਾਲ ਸੰਪਰਕ ਕਰ ਲੈਣਾ, ਅਸੀਂ ਦੱਸ ਦਿਆਂਗੇ ਵੀ ਕਿੱਦਾਂ ਕਰਨਾ, ਕਿਸ ਤਰ੍ਹਾਂ। ਪਰ ਇਹਨਾਂ ਦਾ ਜਿਹੜਾ ਪ੍ਰਾਇਮਰੀ ਡਾਕਟਰ ਆ ਜਿਹਦੇ ਕੋਲ ਜਾਂਦੇ ਆ, ਉਹ ਪਹਿਲਾਂ ਇਹਨਾਂ ਦੀ ਜੋ ਵੀ ਬਿਮਾਰੀ ਆ ਉਹ ਲਿਖੂਗਾ, ਤੇ ਜੇ ਉਹ ਸਰਟੀਫਾਈ ਕਰੂ, ਕਿ ਡਾਕਟਰ ਨਹੀਂ ਵੀ ਕਰਦੇ, ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਸਰਟੀਫਾਈ ਕਰ ਸਕਦਾ, ਤੁਸੀਂ ਇੰਗਲਿਸ਼ ਜਿਹੜੀ ਹੈਗੀ ਲਰਨ ਕਰ ਸਕਦੇ ਹੋ, ਫਿਰ ਠੀਕ ਆ, ਫਿਰ ਕਰਨੀ ਪੈਣੀ ਆ। ਪਰ ਜੇ ਡਾਕਟਰ ਲਿਖ ਦੇਵੇ ਵੀ ਵਾਕਈ ਇਹਨਾਂ ਨੂੰ ਪ੍ਰੋਬਲਮ ਹੈ, ਨਹੀਂ ਸਿੱਖ ਸਕਦੇ ਇਸ ਉਮਰ 'ਚ, ਤਾਂ ਫਿਰ ਉਹ ਲਿਖੇ ਦੀ ਬੇਸ ਤੇ ਅਸੀਂ ਕੇਸ ਅੱਗੇ ਪ੍ਰੈਜ਼ੈਂਟ ਕਰ ਸਕਦੇ ਜੀ। ਦੋਸਤੋ, ਤੁਹਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਸਾਡੇ ਦਰਸ਼ਕ ਹੈਗੇ ਆ ਜਿਹੜੇ ਕਿ ਇਹ ਸਾਨੂੰ ਅਕਸਰ ਸ਼ਿਕਾਇਤ ਕਰਦੇ ਆ ਕਿ ਸਰਦਾਰ ਜਸਪ੍ਰੀਤ ਸਿੰਘ ਫੋਨ ਨਹੀਂ ਚੱਕਦੇ। ਤੁਹਾਨੂੰ ਦੱਸ ਦਈਏ ਕਿ ਬੜੇ ਇੱਕ ਬਿਜ਼ੀ ਅਟਾਰਨੀ ਹੈਗੇ ਆ ਇੱਥੇ। ਕਾਫੀ ਇਹਨਾਂ ਦਾ ਜਿਹੜੀ ਲਾਈਫ ਹੈ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਕੰਮ ਕਰਦੇ ਆ। ਬਹੁਤ ਸਾਰੇ ਇਹਨਾਂ ਨੇ ਕਲਾਇੰਟਸ ਆਪਣੇ ਜਿਹੜੇ ਆ ਉਹ ਦੇਖਣੇ ਹੁੰਦੇ ਆ। ਕਾਫੀ ਇਹਨਾਂ ਦੇ ਆਫਿਸ ਆ, ਜਿਸ ਤਰ੍ਹਾਂ ਕਿ ਨਿਊਯਾਰਕ ਆ, ਸੈਕਰਾਮੈਂਟੋ ਆ, ਫਰੀਮੌਂਟ ਆ, ਜਾਂ ਫਰੀਜ਼ਰੋ ਆ ਕੈਲੀਫੋਰਨੀਆ 'ਚ। ਤੇ ਇਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਹਰ ਕਾਲ ਇਹ ਲੈ ਸਕਣ। ਬੈਟਰ ਆ ਜੇ ਤੁਸੀਂ ਇਹਨਾਂ ਨੂੰ ਆਪਣਾ ਟੈਕਸਟ ਮੈਸੇਜ ਜਿਹੜੇ ਉੱਥੇ ਭੇਜੋ ਜਾਂ ਸਾਨੂੰ ਭੇਜੋ, ਜਿਸ ਤਰ੍ਹਾਂ ਕਿ ਆਪਾਂ ਹੁਣ ਅੱਜ ਜਵਾਬ ਤੁਹਾਡੇ ਦੇ ਰਹੇ ਹਾਂ। ਇਹਨਾਂ ਦਾ ਫੋਨ ਨੰਬਰ ਹੈਗਾ 9179154142। ਸਰਦਾਰ ਜਸਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਕੀਮਤੀ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।